ਨਮਸਕਾਰ ਅਦਾ ਸਤਿ ਸ਼੍ਰੀ ਅਕਾਲ ਜੀ। ਮੈਂ ਜਸਪ੍ਰੀਤ ਸਿੰਘ ਪੰਜਾਬ ਅਕੈਡਮੀ ਆਨਲਾਈਨ ਦੇ ਵਿੱਚ ਤੁਹਾਡਾ ਸਵਾਗਤ ਕਰਦਾ। ਅੱਜ ਜਿਹੜਾ ਬੈਚ ਆਪਾਂ ਸਟਾਰਟ ਕਰਨ ਲੱਗੇ ਆ ਉਹ ਬਿਲਕੁਲ ਹੀ ਫ੍ਰੀ ਆਫ ਕਾਸਟ ਹੋਵੇਗਾ। ਕੋਈ ਇਸ ਦਾ ਤੁਹਾਡੇ ਤੋਂ ਚਾਰਜ ਨਹੀਂ ਲੈਤਾ ਜਾਵੇਗਾ। ਤਾਂ ਆਪਣੇ YouTube ਚੈਨਲ ਦੇ ਉੱਪਰ ਹੀ SST ਮਾਸਟਰ ਕੇਡਰ ਐਂਡ CTET ਦੇ ਜਿੰਨੇ ਵੀ ਕੈਂਡੀਡੇਟ ਐਗਜ਼ਾਮ ਦੇ ਰਹੇ ਆ ਉਹਨਾਂ ਦੀ ਜਿਹੜੀ ਹੈਗੀ ਆ ਤਿਆਰੀ ਜਿਹੜੀ ਹੈਗੀ ਆ ਪੰਜਾਬ ਅਕੈਡਮੀ ਆਨਲਾਈਨ ਦੇ ਜਿਹੜੇ ਹੈਗੇ YouTube ਚੈਨਲ ਦੇ ਉੱਪਰ ਕਰਵਾਈ ਜਾਵੇਗੀ। ਤਾਂ ਵੱਧ ਤੋਂ ਵੱਧ ਜਿੰਨੇ ਵੀ ਕੈਂਡੀਡੇਟ ਹੈਗੇ ਆ ਉਹਨਾਂ ਨੂੰ ਜ਼ਰੂਰ ਜਿਹੜਾ ਹੈਗਾ ਚੈਨਲ ਨੂੰ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਜੋ ਤੁਹਾਨੂੰ ਜਿਹੜੀਆਂ ਨਵੀਆਂ ਵੀਡੀਓ ਜਿਹੜੀਆਂ ਹੈਗੀਆਂ ਨੇ ਆਪਣੇ ਟੌਪਿਕ ਰਿਲੇਟਡ ਤੁਹਾਡਾ SST ਹੋਵੇਗਾ ਤੇ ਪੋਲਿਟੀ ਐਂਡ CTET ਦੇ ਵਿੱਚ ਤੁਹਾਨੂੰ ਜਿਹੜੀ ਹੈਗੀ ਆ CDP ਦੀਆਂ ਆਲਰੇਡੀ ਮੈਂ ਕਲਾਸਾਂ ਪਾ ਰਿਹਾਗਾ। ਠੀਕ ਹੈ ਜੀ, CDP ਦੀਆਂ ਕਲਾਸਾਂ ਆਲਰੇਡੀ ਚੱਲ ਰਹੀਆਂ ਨੇ। ਤੇ ਉਸ ਤੋਂ ਬਾਅਦ ਜਿਹੜੀ ਹੈਗੀ ਆ ਤੁਹਾਡੀ ਇਨਵਾਇਰਨਮੈਂਟ ਸਬਜੈਕਟ ਜਿਹੜਾ ਹੈਗਾ ਆਪਾਂ ਸਟਾਰਟ ਕਰਨ ਜਾ ਰਹੇ ਹਾਂ। ਪੰਜਾਬੀ ਦੇ ਵਿੱਚ, ਹਿੰਦੀ ਦੇ ਵਿੱਚ, ਅੰਗਰੇਜ਼ੀ ਦੇ ਵਿੱਚ ਤਿੰਨੇ ਭਾਸ਼ਾਵਾਂ ਦੇ ਵਿੱਚ ਮੇਨਲੀ ਹੋਵੇਗਾ। ਤਾਂ ਸਭ ਤੋਂ ਵੱਡੀ ਗੱਲ ਅਹਿਮ ਗੱਲ ਇਹ ਆ ਤੁਹਾਡੇ ਨਾਲ ਸ਼ੇਅਰ ਕਰਨੀ ਹੈ ਕਿ ਇਹ ਜਿਹੜੇ ਆਪਣੇ ਬੈਚ ਸਟਾਰਟ ਕਰ ਰਹੇ ਆ ਇਹ ਤਾਂ ਇਹ ਤਿੰਨੇ ਭਾਸ਼ਾ ਦੇ ਵਿੱਚ ਜਿਹੜਾ ਹੈਗਾ ਲੈ ਕੇ ਆ ਰਹੇ ਹਾਂਗੇ। ਪਹਿਲੀ ਵਾਰ ਜਿਹੜਾ ਹੈਗਾ ਸਭ ਤੋਂ ਪਹਿਲੀ ਵਾਰ ਆਪਾਂ YouTube ਦੇ ਉੱਪਰ ਇਹ ਚੀਜ਼ ਨੂੰ ਇੰਪਲੀਮੈਂਟ ਕਰ ਰਹੇ ਹਾਂ ਕਿ ਤਿੰਨੇ ਭਾਸ਼ਾਵਾਂ ਦੇ ਵਿੱਚ ਜਿਹੜਾ ਹੈਗਾ ਤੁਸੀਂ ਵੀਡੀਓ ਨੂੰ ਦੇਖੋਗੇ। ਪੰਜਾਬੀ ਦੇ ਵਿੱਚ ਵੀ ਹੋਊਗੀ, ਹਿੰਦੀ ਦੇ ਵਿੱਚ ਵੀ ਹੋਊਗੀ ਤੇ ਇੰਗਲਿਸ਼ ਦੇ ਵਿੱਚ ਵੀ ਤੁਹਾਨੂੰ ਵੀਡੀਓ ਦੇਖਣ ਨੂੰ ਮਿਲਣਗੀਆਂ। ਤਾਂ ਇਸ ਚੀਜ਼ ਨੂੰ ਜ਼ਰੂਰ ਯਾਦ ਰੱਖਿਓ, ਧਿਆਨ ਨਾਲ ਤੁਹਾਨੂੰ ਸਫੀਸ਼ੀਐਂਟ ਹੋਊਗਾ। ਜਿਹੜੀ ਹੈਗੀ ਹੈ ਤੁਹਾਨੂੰ PDF ਜਿਹੜੀ ਪ੍ਰੋਵਾਈਡ ਕਰਵਾ ਦਿੱਤੀ ਜਾਵੇਗੀ। ਸਾਡਾ ਟੈਲੀਗ੍ਰਾਮ ਚੈਨਲ ਬਣਿਆ ਹੋਇਆ ਹੈਗਾ YouTube ਦਾ, ਜਿਹੜਾ ਹੈਗਾ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਦਿੱਤਾ ਜਾਊਗਾ। ਉਹਦੇ ਉੱਪਰ ਜਾ ਕੇ ਜਿਹੜਾ ਹੈਗਾ ਤੁਸੀਂ PDF ਨੂੰ ਡਾਊਨਲੋਡ ਕਰ ਸਕਦੇ ਹੋ। ਫ੍ਰੀ ਆਫ ਕਾਸਟ ਹੋਵੇਗਾ ਬੈਚ, ਕੋਈ ਪੈਸਾ ਨਹੀਂ ਲੈਤਾ ਜਾਵੇਗਾ। ਤਾਂ 101% ਗਾਰੰਟੀ ਹੈ ਕਿ ਜੇਕਰ ਤੁਸੀਂ ਪ੍ਰੋਪਰਲੀ ਵਧੀਆ ਤਰੀਕੇ ਨਾਲ ਤਿਆਰੀ ਕਰਦੇ ਹੋ ਤਾਂ 101% ਜਿਹੜਾ ਹੈਗਾ SST ਦਾ ਜਿਹੜਾ ਪੋਸਟਾਂ ਆ ਰਹੀਆਂ ਨੇ ਤਾਂ ਉਹਨਾਂ ਨੂੰ ਕਰੈਕ ਕਰ ਪਾਓਗੇ ਵਧੀਆ ਨੰਬਰ ਲੈ ਕੇ। ਤਾਂ ਵਧਦੇ ਹਾਂ ਆਪਣੇ ਸੈਸ਼ਨ ਦੇ ਵੱਲ। ਤਾਂ ਸਭ ਤੋਂ ਪਹਿਲਾਂ ਆਪਾਂ ਸਟਾਰਟ ਅੱਜ ਕਰਾਂਗੇ ਜਿਹੜੀ ਆਪਣੀ ਅੱਜ ਟੌਪਿਕ ਸਟਾਰਟ ਕਰਨਾ ਹੈਗਾ ਉਹ ਹੈਗਾ ਮੈਡੀਏਵਲ ਹਿਸਟਰੀ। ਮੈਡੀਏਵਲ ਹਿਸਟਰੀ ਦਾ ਜਿਹੜਾ ਹੈਗਾ ਆਪਾਂ ਸਟਾਰਟ ਕਰਨਾ ਹੈਗਾ। ਮੱਧਕਾਲ ਭਾਰਤੀ ਇਤਿਹਾਸ ਜਿਹੜਾ ਹੈਗਾ ਸ਼ੁਰੂਆਤ ਕਰਾਂਗੇ। ਕਿਹੜੇ ਕਿਹੜੇ ਬੰਦੇ ਮੱਧਕਾਲੀ ਇਤਿਹਾਸ ਦੇ ਵਿੱਚ ਆਏ ਸੀਗੇ, ਤਾਂ ਕਿਹੜੇ ਕਿਹੜੇ ਬੰਦਿਆਂ ਨੇ ਜਿਹੜਾ ਹੈਗਾ ਮੱਧਕਾਲੀ ਇਤਿਹਾਸ ਦੇ ਵਿੱਚ ਜਿਹੜਾ ਹੈਗਾ ਆਪਣਾ ਭੂਮਿਕਾ ਨਿਭਾਈ ਸੀਗੀ। ਉਹ ਸਾਰੇ ਬੰਦੇ, ਉਹ ਸਾਰੇ ਜਿੰਨੇ ਵੀ ਭਾਰਤ ਦੇ ਉੱਪਰ ਹਮਲਾ ਕਰਨ ਲਈ ਆਏ, ਦੇਖੋ ਜਿੰਨੇ ਵੀ ਭਾਰਤ ਦੇ ਉੱਪਰ ਅੱਜ ਕੱਲ੍ਹ ਬੰਦੇ ਆਏ ਨੇ ਤਾਂ ਜਿੰਨੇ ਵੀ ਬਾਹਰੋਂ ਭਾਰਤ ਦੇ ਵਿੱਚ ਆਏ ਨੇ ਉਹ ਸਿਰਫ ਭਾਰਤ ਨੂੰ ਲੁੱਟਣ ਦੇ ਲਈ ਹੀ ਆਏ ਸੀਗੇ। ਠੀਕ ਹੈ ਨਾ। ਤਾਂ ਆਪਾਂ ਤਿੰਨ ਪੜਾਵਾਂ ਦੇ ਵਿੱਚ ਇਸ ਨੂੰ ਕਰਾਂਗੇ, ਏਸ਼ੀਅੰਟ ਹਿਸਟਰੀ, ਮੈਡੀਏਵਲ ਹਿਸਟਰੀ ਤੇ ਮਾਡਰਨ ਹਿਸਟਰੀ। ਤਿੰਨਾਂ ਨੂੰ ਆਪਾਂ ਪੈਰਲਲ ਲੈ ਕੇ ਚੱਲਾਂਗੇ। ਤਾਂ ਤਿੰਨਾਂ ਦੇ ਤੁਹਾਨੂੰ PDF ਵੀ ਮਿਲਣਗੀਆਂ। ਠੀਕ ਹੈ ਜੀ। ਤਾਂ ਆਪਾਂ ਵਧਦੇ ਹਾਂ ਆਪਣੇ ਸੈਸ਼ਨ ਦੇ ਵੱਲ। ਤਾਂ ਮੱਧਕਾਲ ਜਿਹੜਾ ਹੈਗਾ ਭਾਰਤੀ ਇਤਿਹਾਸ ਕਿੱਦਾਂ ਦਾ ਹੈਗਾ, ਮੈਡੀਏਵਲ ਹਿਸਟਰੀ ਕਿੱਦਾਂ ਦੀ ਹੈ, ਉਸ ਚੀਜ਼ ਨੂੰ ਆਪਾਂ ਦੇਖਦੇ ਹਾਂ। ਤੇ ਜੇਕਰ ਗੱਲ ਕੀਤੀ ਜਾਵੇ ਕਿ ਸਭ ਤੋਂ ਪਹਿਲਾਂ ਮੈਂ ਦੱਸਾਂਗਾ ਕਿ ਭਾਰਤ ਉੱਪਰ ਅਰਬ ਨੇ ਹਮਲਾ ਕਦੋਂ ਕੀਤਾ, ਕੀ ਕਾਰਨ ਸੀਗਾ, ਅਰਬ ਦੇ ਲੋਕ ਕਿੱਥੋਂ ਦੇ ਸੀਗੇ, ਕਿੱਥੋਂ ਆਏ ਸੀਗੇ ਉਹ, ਤਾਂ ਉਹ ਸਾਰੀਆਂ ਚੀਜ਼ਾਂ ਆਪਾਂ ਡਿਸਕਸ ਕਰਾਂਗੇ ਲੈਕਚਰ ਦੇ ਵਿੱਚ। ਤਾਂ ਸਭ ਤੋਂ ਪਹਿਲਾਂ ਜਿਹੜਾ ਆਪਾਂ ਬੇਸਿਕਲੀ ਇਹ ਦੇਖ ਲਈਏ ਕਿ ਜਿਹੜੇ ਭਾਰਤ ਦੇ ਉੱਪਰ ਕਿਹੜੇ ਕਿਹੜੇ ਬੰਦਿਆਂ ਨੇ ਜਿਹੜਾ ਹੈਗਾ ਹਮਲਾ ਕੀਤਾ ਸੀਗਾ। ਤਾਂ ਕਰਮਵਾਇਰ ਜਿਹੜਾ ਹੈਗਾ ਆਪਾਂ ਉਸੇ ਤਰ੍ਹਾਂ ਹੀ ਵਧਦੇ ਜਾਵਾਂਗੇ। ਤਾਂ ਉਸੇ ਤਰ੍ਹਾਂ ਹੀ ਆਪਾਂ ਟੌਪਿਕ ਨੂੰ ਅੱਗੇ ਕੰਟੀਨਿਊ ਰੱਖਾਂਗੇ। ਤਾਂ ਸਭ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਵੇ ਤਾਂ ਅਰਬ ਇਨਵੇਜ਼ਨ, ਠੀਕ ਹੈ ਨਾ, ਅਰਬ ਦਾ ਹਮਲਾ ਸਭ ਤੋਂ ਪਹਿਲਾਂ ਹੋਇਆ ਸੀਗਾ ਭਾਰਤ ਦੇ ਵਿੱਚ। ਅਰਬ ਦਾ ਹਮਲਾ ਹੋਇਆ ਸੀ ਭਾਰਤ ਦੇ ਵਿੱਚ, ਕਦੋਂ ਹੋਇਆ ਸੀ ਇਹ ਵੀ ਤੁਹਾਨੂੰ ਦੱਸਿਆ ਜਾਊਗਾ। ਕਿਸ ਦੁਆਰਾ ਕੀਤਾ ਸੀ, ਅਰਬ ਦੇ ਲੋਕ ਕਿੱਥੋਂ ਆਏ ਸੀਗੇ, ਕੌਣ ਸੀਗੇ, ਕੀ ਕਾਰਨ ਸੀਗਾ ਜਿਹੜਾ ਭਾਰਤ ਦੇ ਵਿੱਚ ਇਹਨਾਂ ਦਾ ਆਉਣ ਦਾ, ਉਹ ਸਾਰੀਆਂ ਚੀਜ਼ਾਂ ਆਪਾਂ ਡਿਸਕਸ ਜ਼ਰੂਰ ਕਰਾਂਗੇ। ਤਾਂ ਜਦੋਂ ਅਰਬ ਦਾ ਹਮਲਾ ਹੁੰਦਾ ਹੈ ਤਾਂ ਦੂਸਰੇ ਪਾਸੇ ਜਦੋਂ ਅਰਬ ਹਮਲਾ ਕਰਕੇ ਚਲੇ ਜਾਂਦੇ ਨੇ ਤਾਂ ਸੈਕੰਡ ਬੰਦਾ ਆਉਂਦਾ ਜੀ ਮਹਿਮੂਦ ਗਜ਼ਨਵੀ ਜਿਹੜਾ ਹੈਗਾ ਸੈਕੰਡ ਪਰਸਨ ਹੁੰਦਾ ਹੈਗਾ। ਮਹਿਮੂਦ ਗਜ਼ਨਵੀ ਕੀ ਕਰਦਾ ਹੈਗਾ, ਭਾਰਤ ਦੇ ਉੱਪਰ ਹਮਲਾ ਕਰਦਾ ਹੈਗਾ। ਠੀਕ ਹੈ ਜੀ। ਭਾਰਤ ਨੂੰ ਉੱਪਰ ਹਮਲਾ ਕਰਕੇ ਭਾਰਤ ਨੂੰ ਜਿਹੜਾ ਹੈਗਾ ਜਿੰਨਾ ਵੀ ਪੈਸਾ ਧਨ ਦੌਲਤ ਜਿਹੜਾ ਹੈਗਾ ਭਾਰਤ ਦੇ ਵਿੱਚ ਹੁੰਦਾ ਹੈਗਾ ਉਸ ਨੂੰ ਲੁੱਟ ਕੇ ਲੈ ਜਾਂਦਾ ਹੈਗਾ। ਥਰਡ ਦੇ ਵਿੱਚ ਆਉਂਦਾ ਹੈਗਾ ਮੁਹੰਮਦ ਗੌਰੀ। ਥਰਡ ਦੇ ਵਿੱਚ ਕੌਣ ਆਉਂਦਾ ਹੈ, ਮੁਹੰਮਦ ਗੌਰੀ ਆਉਂਦਾ ਜੀ। ਥਰਡ ਦੇ ਵਿੱਚ ਮੁਹੰਮਦ ਗੌਰੀ ਆ ਕੇ ਕੀ ਕਰਦਾ, ਭਾਰਤ ਦੇ ਉੱਪਰ ਹਮਲਾ ਕਰਦਾ ਹੈ। ਤਾਂ ਭਾਰਤ ਨੂੰ ਜਿਹੜਾ ਹੈਗਾ ਜਿੰਨੀ ਵੀ ਧਨ ਦੌਲਤ ਭਾਰਤ ਦੇ ਵਿੱਚ ਹੁੰਦੀ ਹੈ ਉਸ ਨੂੰ ਲੁੱਟ ਕੇ ਰਹਿ ਜਾਂਦਾ ਹੈਗਾ। ਉਸ ਤੋਂ ਬਾਅਦ ਆਉਂਦਾ ਜੀ ਦਿੱਲੀ ਸਲਤਨਤ ਪੀਰੀਅਡ ਜਿਹਨੂੰ ਆਪਾਂ ਕਹਿੰਦੇ ਆ
ਦਿੱਲੀ ਸਲਤਨਤ ਚੱਲੇਗਾ। 4th ਨੰਬਰ ਤੇ ਆਪਾਂ ਦਿੱਲੀ ਸਲਤਨਤ ਦੇਖਾਂਗੇ। ਕਾਫੀ ਸਾਰੇ 34-35 ਰਾਜੇ ਜਿਹੜੇ ਹੈਗੇ ਸੀਗੇ, 34-35 ਰਾਜੇ ਸੀਗੇ ਜਿਹੜੇ ਹੈਗੇ ਆ ਉਹ ਇਸ ਡਾਇਨੈਸਟੀ ਦੇ ਵਿੱਚ ਡਾਇਨੈਸਟੀਆਂ ਬਣੀਆਂ ਸੀਗੀਆਂ, ਡਾਇਨੈਸਟੀਆਂ ਆਈਆਂ ਸੀਗੀਆਂ, 5 ਡਾਇਨੈਸਟੀਆਂ ਸੀਗੀਆਂ। ਕਿਹੜੀਆਂ ਡਾਇਨੈਸਟੀਆਂ ਸੀ? 5 ਡਾਇਨੈਸਟੀਆਂ, 34-35 ਰਾਜੇ ਜਿਹੜੇ ਹੈਗੇ ਆ ਉਹ ਆਏ ਸੀਗੇ ਇਸ ਕਾਲ ਦੇ ਵਿੱਚ, ਸੁਲਤਾਨਤ ਪੀਰੀਅਡ ਦੇ ਵਿੱਚ। ਠੀਕ ਹੈ, 1200 ਜਿਹੜਾ ਹੈਗਾ 5 ਤੋਂ ਇਹ ਪੀਰੀਅਡ ਸਟਾਰਟ ਹੁੰਦਾ ਹੈ ਤੇ ਜਿਹੜਾ ਹੈਗਾ 1500 ਜਿਹੜਾ ਹੈਗਾ 30 ਤੱਕ ਜਿਹੜਾ ਹੈਗਾ ਇਹ ਚਲਾ ਜਾਂਦਾ ਹੈਗਾ। ਤੇ ਇਹ ਕੱਲੀ ਚੀਜ਼ ਜਿਹੜੀ ਹੈਗੀ ਆ ਇਹਦੇ ਬਾਰੇ ਵੀ ਆਪਾਂ ਡਿਸਕਸ ਕਰਾਂਗੇ। 5th, ਬਹੁਤ ਬੰਦਿਆਂ ਨੇ ਘੱਟ ਨੇ ਪੜ੍ਹਿਆ ਹੋਣਾ ਕਿ ਵਿਜੇਨਗਰ ਅੰਪਾਇਰ, ਇੱਕ ਵਿਜੇਨਗਰ ਕਿੰਗਡਮ ਹੈ, ਉਹ ਏਸ਼ੀਅੰਟ ਹਿਸਟਰੀ ਦਾ ਪਾਰਟ ਹੈ। ਇਹ ਵਿਜੇਨਗਰ ਜਿਹੜਾ ਹੈਗਾ ਅੰਪਾਇਰ ਹੈ, ਵਿਜੇਨਗਰ ਜਿਹੜਾ ਸਮਰਾਜ ਹੈ, ਵਿਜੇਨਗਰ ਸਮਰਾਜ ਦੀ ਵੀ ਇੱਕ ਸਥਾਪਨਾ ਹੋਈ ਸੀਗੀ। ਥੋੜਾ ਟਾਈਮ ਜਿਹੜਾ ਹੈਗਾ ਇਹ ਰਹੇ ਸੀਗੇ, ਤਾਂ ਉਹਨਾਂ ਨੂੰ ਵੀ ਆਪਾਂ ਜਿਹੜਾ ਹੈਗਾ ਚੰਗੀ ਤਰ੍ਹਾਂ ਪੜਾਂਗੇ। ਉਸ ਤੋਂ ਬਾਅਦ ਹੈ ਜੀ ਬ੍ਰਹਿਮੀ ਕਿੰਗਡਮ ਜਿਹੜਾ ਹੈਗਾ, ਬ੍ਰਹਿਮੀ ਰਾਜ ਵੀ ਆਇਆ ਸੀਗਾ। ਬ੍ਰਹਿਮੀ ਰਾਜ ਕਦੋਂ ਆਇਆ, ਕਿਵੇਂ ਆਇਆ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਵੀ ਡਿਸਕਸ ਕੀਤੀਆਂ ਜਾਣਗੀਆਂ। ਉਸ ਤੋਂ ਬਾਅਦ ਇੰਡੀਪੈਂਡੈਂਟ ਜਿਹੜਾ ਹੈਗਾ ਪ੍ਰੋਡੇਸ਼ੀਅਲ ਸਟੇਟ, ਸੁਤੰਤਰਤਾ ਸੂਬਾਈ ਰਾਜ ਜਿਹੜਾ ਹੈਗਾ ਇਸ ਵੀ ਲਾਗੂ ਹੋਇਆ ਸੀਗਾ। ਉਸ ਤੋਂ ਬਾਅਦ ਸੀਗਾ 8th ਨੰਬਰ ਤੇ ਸੂਫੀ ਮੂਵਮੈਂਟ ਜਿਹੜੀ ਹੈਗੀ ਆ, ਸੂਫੀ ਅੰਦੋਲਨ ਚਲਾਇਆ ਗਿਆ ਸੀਗਾ। ਕਿਹਦੇ ਦੁਆਰਾ ਚਲਾਇਆ ਗਿਆ ਸੀ? ਲੈਕਚਰ ਦੇ ਵਿੱਚ ਆਪਾਂ ਸਾਰੀਆਂ ਚੀਜ਼ਾਂ ਸਟੈਪ ਬਾਈ ਸਟੈਪ ਅੱਗੇ ਵਧਾਂਗੇ। ਉਸ ਤੋਂ ਬਾਅਦ ਸੀਗਾ ਜੀ ਭਗਤੀ ਮੂਵਮੈਂਟ ਜਿਹੜਾ ਹੈਗਾ ਸੀਗਾ ਭਗਤੀ ਅੰਦੋਲਨ। ਠੀਕ ਹੈ, ਸ਼ੁਰੂਆਤ ਹੋਈ ਸੀ। ਉਸ ਤੋਂ ਬਾਅਦ ਸੀਗਾ ਮੁਗਲ ਅੰਪਾਇਰ ਆਇਆ ਸੀਗਾ। ਆਪਾਂ ਦੇਖੋ, ਤੁਸੀਂ ਬਹੁਤ ਸਾਰੀਆਂ ਚੀਜ਼ਾਂ ਜਦੋਂ ਹਿਸਟਰੀ ਦੇ ਵਿੱਚ ਪੜ੍ਹੀਆਂ ਹੋਣਗੀਆਂ ਤਾਂ ਤੁਸੀਂ ਸੂਫੀ ਮੂਵਮੈਂਟ ਵਾਸਤੇ ਨਹੀਂ ਪੜ੍ਹਿਆ ਹੋਣਾ, ਭਗਤੀ ਮੂਵਮੈਂਟ ਵਾਸਤੇ ਨਹੀਂ ਪੜ੍ਹਿਆ ਹੋਣਾ, ਵਿਜੇਨਗਰ ਅੰਪਾਇਰ ਵਾਸਤੇ ਨਹੀਂ ਪੜ੍ਹਿਆ ਹੋਣਾ। ਤਾਂ ਇਹ ਸਾਰੀਆਂ ਚੀਜ਼ਾਂ ਆਪਾਂ ਲੈ ਕੇ ਚੱਲਾਂਗੇ। ਤਾਂ ਉਸ ਤੋਂ ਬਾਅਦ ਆਉਂਦਾ ਜੀ ਮੁਗਲ ਅੰਪਾਇਰ। ਉਸ ਤੋਂ ਬਾਅਦ ਕਿਹੜਾ ਆਉਂਦਾਗਾ? ਮੁਗਲ ਅੰਪਾਇਰ ਆਉਂਦਾਗਾ। ਮੁਗਲ ਅੰਪਾਇਰ ਦੇ ਵਿੱਚ ਕਿਹੜੀਆਂ ਚੀਜ਼ਾਂ ਹੈਗੀਆਂ ਸੀਗੀਆਂ, ਮੁਗਲ ਸਮਰਾਜ ਦੇ ਵਿੱਚ ਕਿਹੜੀਆਂ ਚੀਜ਼ਾਂ ਆਈਆਂ ਸੀਗੀਆਂ, ਉਹ ਚੀਜ਼ਾਂ ਸਾਰੀਆਂ ਡਿਸਕਸ ਕਰਾਂਗੇ। 11ਵੇਂ ਨੰਬਰ ਤੇ ਜਿਹੜਾ ਹੈਗਾ ਮੁਗਲ ਗਵਰਨੈਂਸ ਆਉਂਦਾਗਾ, ਮੁਗਲ ਰਾਜ ਆਉਂਦਾਗਾ। ਇੱਥੇ ਸਮਰਾਜ ਦੀ ਸਥਾਪਨਾ ਹੁੰਦੀ ਹੈ, ਅੱਗੇ ਜਾ ਕੇ ਮੁਗਲ ਰਾਜ ਵੀ ਜਿਹੜਾ ਹੈਗਾ ਇੰਡੀਆ ਦੇ ਉੱਪਰ ਲਾਗੂ ਹੋਇਆ ਸੀਗਾ। ਤੇ ਉਸ ਤੋਂ ਬਾਅਦ ਲਾਸਟ ਦੇ ਵਿੱਚ ਆਉਂਦਾ ਜੀ ਮੈਡੀਏਵਲ ਹਿਸਟਰੀ ਦੇ ਵਿੱਚ ਮਰਾਠੇ ਆਏ ਸੀਗੇ ਜੀ। ਠੀਕ ਹੈ, ਮਰਾਠਿਆਂ ਦਾ ਜਿਹੜਾ ਹੈਗਾ ਉਹਨਾਂ ਦਾ ਵੀ ਆਪਾਂ ਡਿਸਕਸ ਕਰਾਂਗੇ ਵੀ ਕਿਹੜੇ ਜਿਹੜੇ ਹੈਗੇ ਆ ਮਰਾਠਾ ਹਾਈਟਸ ਜਿਹੜੇ ਹੈਗੇ ਆ ਉਹ ਕਿਹੜੇ ਇੰਡੀਆ ਦੇ ਵਿੱਚ ਹਮਲਾ ਕੀਤਾ ਸੀਗਾ। ਤਾਂ ਇਹ ਸਾਰੀਆਂ ਜਿਹੜਾ ਹੈਗਾ ਓਵਰਵਿਊ ਸੀਗਾ ਕਿਹੜੇ ਸਬਜੈਕਟ ਆਪਾਂ ਮੀਡੀਏਵਲ ਹਿਸਟਰੀ ਦੇ ਵਿੱਚ ਕਰਾਂਗੇ। ਤਾਂ ਇਸ ਨੂੰ ਜਿਹੜਾ ਹੈਗਾ ਚੰਗੀ ਤਰ੍ਹਾਂ ਦੇਖ ਲੈਣਾ ਹੈਗਾ। ਸਭ ਤੋਂ ਪਹਿਲਾਂ ਅਰਬ ਆਏ ਸੀ, ਫਿਰ ਮੁਹੰਮਦ ਗਜ਼ਨੀ ਜਿਹੜਾ ਹੈਗਾ ਮੁਹੰਮਦ ਗਜ਼ਨੀ ਆਇਆ ਸੀ, ਫਿਰ ਮਹਿਮੂਦ ਜਿਹੜਾ ਹੈਗਾ ਪਹਿਲਾਂ ਮਹਿਮੂਦ ਜਿਹੜਾ ਗਜ਼ਨੀ ਸੀਗਾ, ਫਿਰ ਮੁਹੰਮਦ ਗੌਰੀ ਸੀ। ਸੁਲਤਾਨ ਪੀਰੀਅਡ ਚੱਲਿਆ, ਵਿਜੇਨਗਰ ਜਿਹੜਾ ਹੈਗਾ ਸਮਰਾਜ ਆਇਆ। ਸਮਰਾਜ ਆਉਣ ਤੋਂ ਬਾਅਦ ਬ੍ਰਾਹਮਣੀ ਜਿਹੜਾ ਰਾਜ ਸਥਾਪਿਤ ਹੋਇਆ। ਸੁਤੰਤਰ ਸੂਬਾਈ ਰਾਜ ਜਿਹੜਾ ਹੈਗਾ ਉਹਨੂੰ ਐਸਟੈਬਲਿਸ਼ ਕੀਤਾ ਗਿਆ। ਸੂਫੀ ਅੰਦੋਲਨ ਆਇਆ, ਭਗਤੀ ਅੰਦੋਲਨ ਜਿਹੜਾ ਹੈਗਾ ਸ਼ੁਰੂਆਤ ਕੀਤੀ ਗਈ। ਉਸ ਤੋਂ ਬਾਅਦ ਮੁਗਲ ਸਮਰਾਜ, ਠੀਕ ਹੈ ਨਾ, ਮੁਗਲ ਸਮਰਾਜ ਦੀ ਆਪਾਂ ਜੇ ਗੱਲ ਕੀਤੀ ਜਾਵੇ ਕਿਹੜੇ ਬੰਦਿਆਂ ਨੇ ਜਿਹੜਾ ਹੈਗਾ ਮੁਗਲ ਸਮਰਾਜ ਨੂੰ ਜਿਹੜਾ ਹੈਗਾ ਇਨਵਾਈਟ ਕੀਤਾ ਸੀ ਇੰਡੀਆ ਦੇ ਵਿੱਚ ਆਉਣ ਵਾਸਤੇ, ਉਹ ਸਾਰੇ ਬੰਦਿਆਂ ਦੇ ਆਪਾਂ ਨਾਂ ਵੀ ਇੱਥੇ ਜਿਹੜੇ ਹੈਗੇ ਆ ਜ਼ਰੂਰ ਜਿਹੜਾ ਹੈਗਾ ਤੁਹਾਨੂੰ ਦੱਸਿਆ ਜਾਵੇਗਾ। ਉਸ ਤੋਂ ਬਾਅਦ ਮੁਗਲ ਗਵਰਨੈਂਸ ਆਈ ਹੈ, ਮੁਗਲ ਰਾਜ ਜਿਹੜਾ ਸਥਾਪਿਤ ਹੋਇਆ ਭਾਰਤ ਦੇ ਵਿੱਚ। ਤੇ ਆਖਰ ਦੇ ਵਿੱਚ ਕੌਣ ਆਏ ਸੀਗੇ? ਮਰਾਠਾ ਆਏ। ਤੇ ਇੱਥੋਂ ਤੱਕ ਤੁਹਾਡੀ ਜਿਹੜੀ ਹੈਗੀ ਮੈਡੀਏਵਲ ਹਿਸਟਰੀ ਹੋਵੇਗੀ। ਤਾਂ ਇਦਾਂ ਹੀ ਤੁਹਾਨੂੰ ਅਗਲੀ PDF ਦੇ ਵਿੱਚ ਜਿਹੜੀ ਨੈਕਸਟ ਕਲਾਸ ਹੋਵੇਗੀ ਹਿਸਟਰੀ ਦੀ, ਉਹਦੇ ਵਿੱਚ ਨਾਲ ਦੀ ਨਾਲ ਤੁਹਾਨੂੰ ਜਿਹੜਾ ਹੈਗਾ ਹਿੰਦੀ ਦੇ ਵਿੱਚ ਵੀ ਜਿਹੜਾ ਹੈਗਾ ਤੁਹਾਨੂੰ ਕੰਟੈਂਟ ਮਿਲ ਜਾਵੇਗਾ। ਇਸ ਦੇ ਵਿੱਚ ਵੀ ਅਸੀਂ ਜਿਹੜੀ ਹੈਗੀਆਂ ਤੁਹਾਡੇ ਨੋਟਸਾਂ ਦੇ ਵਿੱਚ ਹਿੰਦੀ ਜਿਹੜੇ ਕੈਂਡੀਡੇਟ ਹਰਿਆਣੇ ਤੋਂ ਨੇ ਉਹਨਾਂ ਵਾਸਤੇ ਵੀ ਜਿਹੜਾ ਹੈਗਾ ਇਹ ਸਫੀਸ਼ੀਐਂਟ ਹੋਵੇਗਾ। ਤਾਂ ਤੁਹਾਨੂੰ ਹੰਬਲ ਰਿਕੁਐਸਟ ਇਹ ਹੈ ਕਿ ਤੁਸੀਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਹੈ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ, ਤਾਂ ਜੋ ਹਰ ਇੱਕ ਕੈਂਡੀਡੇਟ ਤੱਕ ਜਿਹੜੀ ਹੈਗੀ ਇਹ ਵੀਡੀਓ ਪਹੁੰਚ ਸਕੇ। ਤਾਂ ਸਭ ਤੋਂ ਪਹਿਲਾਂ ਸਟਾਰਟ ਕਰਦੇ ਹਾਂ ਕਿ ਮੁਸਲਿਮ ਇਨਵੇਜ਼ਨ ਆਫ ਇੰਡੀਆ, ਠੀਕ ਹੈ ਨਾ, ਮੁਸਲਿਮ ਇਨਵੇਜ਼ਨ ਆਫ ਇੰਡੀਆ, ਭਾਰਤ ਉੱਤੇ ਮੁਸਲਮਾਨਾਂ ਦਾ ਹਮਲਾ ਕਿਵੇਂ ਹੋਇਆ, ਕਿਵੇਂ ਭਾਰਤ ਦੇ ਵਿੱਚ ਮੁਸਲਮਾਨ ਆਏ, ਕੌਣ ਸੀਗੇ, ਕਿਵੇਂ ਸੀਗਾ, ਉਹ ਸਾਰੀਆਂ ਚੀਜ਼ਾਂ ਆਪਾਂ ਕਰਾਂਗੇ। ਅੱਛਾ, ਜੇਕਰ ਗੱਲ ਕੀਤੀ ਜਾਵੇ ਮੈਂ ਏਸ਼ੀਅੰਟ ਹਿਸਟਰੀ ਦੇ ਵਿੱਚ ਉਹ ਚੀਜ਼ਾਂ ਸਾਰੀਆਂ ਦੱਸੂਗਾ, ਇੰਨਾ ਜ਼ਿਆਦਾ ਇਸ ਬਾਰੇ ਨਹੀਂ ਦੱਸਾਂਗਾ ਕਿਉਂਕਿ ਉਹ ਏਸ਼ੀਅੰਟ ਹਿਸਟਰੀ ਦਾ ਪਾਰਟ ਨੇ। ਏਸ਼ੀਅੰਟ ਹਿਸਟਰੀ ਦੇ ਵਿੱਚ ਕਰਾਂਗੇ। ਜੇਕਰ ਆਪਾਂ ਨੂੰ ਪੁੱਛਿਆ ਜਾਵੇ ਕਿ ਮੁਸਲਮਾਨ ਜਿਹੜੇ ਹੈਗਾ ਸੀਗਾ, ਮੁਸਲਮਾਨ ਧਰਮ ਦਾ ਜਿਹੜਾ ਹੈਗਾ ਕਦੋਂ ਬਣਾਇਆ ਗਿਆ ਸੀਗਾ ਧਰਮ, ਤਾਂ ਤੁਸੀਂ ਦੱਸੋਗੇ ਜੀ 600 AD ਦੇ ਵਿੱਚ। 600 AD ਦੇ ਵਿੱਚ ਕੀ ਸੀਗਾ, ਮੁਸਲਮਾਨ ਜਿਹੜਾ ਹੈਗਾ ਧਰਮ ਬਣਾਇਆ ਗਿਆ ਸੀ। ਤਾਂ ਇਹ ਜਦੋਂ ਮੁਸਲਮਾਨ ਧਰਮ ਬਣਿਆ ਸੀ ਨਾ, ਤੇ ਇਹ 2 ਭਾਗਾਂ ਦੇ ਵਿੱਚ ਵੰਡਿਆ ਗਿਆ ਸੀਗਾ।
ਦੋ ਭਾਗਾਂ ਦੇ ਵਿੱਚ। ਦੇਖੋ ਮੈਂ ਇਹ ਅਲੱਗ ਗੱਲ ਕਰ ਰਿਹਾ ਤੋਂ, ਤਾਂ ਉਹ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ ਸੀਗਾ। ਕਿਹੜਾ ਕਿਹੜਾ? ਇੱਕ ਤਾਂ ਸੀਗਾ ਜੀ ਅਰਬ, ਇੱਕ ਸੀਗਾ ਤੁਰਕ। ਇੱਕ ਸੀਗਾ ਅਰਬ ਤੇ ਇੱਕ ਸੀਗਾ ਤੁਰਕ। ਇੱਕ ਪਾਸੇ ਕੀ ਸੀਗਾ? ਅਰਬੀ ਲੋਕ ਰਹਿੰਦੇ ਸੀਗੇ, ਇੱਕ ਪਾਸੇ ਕੀ ਸੀਗੇ? ਤੁਰਕੀ ਵਾਲੇ ਲੋਕ ਰਹਿੰਦੇ ਸੀਗੇ। ਤਾਂ ਹੁਣ ਅਰਬ ਦੇ ਵਿੱਚ ਕੌਣ ਆਇਆ ਸੀ ਤੇ ਤੁਰਕ ਦੇ ਵਿੱਚ ਕੌਣ ਆਇਆ ਸੀ, ਇਹ ਵੀ ਆਪਣੇ ਵਾਸਤੇ ਦੇਖਣਾ ਬਹੁਤ ਜ਼ਰੂਰੀ ਬਣਦਾ ਹੈ, ਕਿਉਂਕਿ ਅਰਬ ਵਾਲੇ ਬੰਦੇ ਅਲੱਗ ਸੀਗੇ, ਉਹ ਵੀ ਇੰਡੀਆ ਦੇ ਵਿੱਚ ਆਏ ਸੀਗੇ। ਫਿਰ ਜਿਹੜੇ ਹੈਗੇ ਆ ਤੁਰਕ ਵਾਲੇ ਬੰਦੇ ਜਾਂ ਤੁਰਕੀ ਵਾਲੇ ਬੰਦੇ ਅਲੱਗ ਸੀਗੇ, ਉਹ ਵੀ ਇੰਡੀਆ ਦੇ ਵਿੱਚੋਂ ਇੰਡੀਆ ਦੇ ਉੱਪਰ ਹਮਲਾ ਉਹਨਾਂ ਨੇ ਕੀਤਾ ਸੀਗਾ। ਤਾਂ ਦੋਨਾਂ ਚੀਜ਼ਾਂ ਆਪਾਂ ਪੈਰਲਲ ਵਾਈਜ਼ ਚੱਲਾਂਗੇ। ਸਭ ਤੋਂ ਪਹਿਲਾਂ ਆਏ ਸੀਗੇ ਜੀ ਅਰਬੀ ਲੋਕ। ਹੁਣ ਅਰਬੀ ਲੋਕ ਜਿਹੜੇ ਹੈਗੇ ਆ ਕਿਉਂ ਆਏ ਸੀ, ਕੌਣ ਆਇਆ ਸੀ, ਕੀ ਕਾਰਨ ਸੀਗਾ, ਉਹ ਸਾਰੀਆਂ ਚੀਜ਼ਾਂ ਆਪਾਂ ਡਿਸਕਸ ਕਰਾਂਗੇ ਕਿ ਅਰਬੀ ਲੋਕ ਦੇ ਵਿੱਚ ਕੌਣ ਆਇਆ ਸੀਗਾ, ਕਿਹੜੇ ਕਿਹੜੇ ਆਉਣ ਦੇ ਉਹਨਾਂ ਦੇ ਕੀ ਕੀ ਕਾਰਨ ਸਨ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਆਪਾਂ ਗੱਲ ਕਰਾਂਗੇ। ਤਾਂ ਇੱਕ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਸੈਸ਼ਨ ਨੂੰ। ਤਾਂ ਸਭ ਤੋਂ ਪਹਿਲਾਂ ਸੀਗਾ ਕਿ ਭਾਰਤ ਉੱਪਰ ਮੁਸਲਮਾਨਾਂ ਦਾ ਹਮਲਾ। ਤਾਂ ਭਾਰਤ ਉੱਪਰ ਮੁਸਲਮਾਨਾਂ ਦਾ ਹਮਲਾ ਦੋ ਬੰਦਿਆਂ ਨੇ ਜਿਹੜਾ ਹੈਗਾ ਕੀਤਾ ਸੀਗਾ। ਤਾਂ ਇੱਕ ਪਾਸੇ ਸੀਗੇ ਅਰਬ ਮੁਸਲਿਮ ਇਨਵੇਜ਼ਰ ਸੀਗੇ, ਜਿਹੜਾ ਹੈਗਾ ਅਰਬ ਮੁਸਲਿਮ ਜਿਹੜੇ ਹੈਗੇ ਸੀਗੇ ਅਰਬ ਵਾਲੇ ਸਾਈਡ ਦੇ ਸੀਗੇ। ਇੱਕ ਜਿਹੜੇ ਹੈਗੇ ਸੀਗੇ ਤੁਰਕੀ ਵਾਲੇ ਸਾਈਡ ਦੇ ਸੀ। ਮੈਂ ਤੁਹਾਨੂੰ ਦੱਸਿਆ ਕਿ ਜਦੋਂ ਮੁਸਲਮਾਨ ਧਰਮ ਨੂੰ ਡਿਵਾਈਡ ਕੀਤਾ ਬਣਿਆ, ਜਦੋਂ ਮੁਸਲਮਾਨ ਜਿਹੜਾ ਹੈਗਾ ਜਿਹੜਾ ਧਰਮ ਦੀ ਸਥਾਪਨਾ ਹੋਈ ਸੀ, ਤਾਂ ਉਹ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ ਸੀਗਾ, ਇੱਕ ਤਾਂ ਅਰਬ ਵਾਲਾ ਸਾਈਡ ਤੇ ਇੱਕ ਤੁਰਕ ਵਾਲਾ ਸਾਈਡ। ਤਾਂ ਸਭ ਤੋਂ ਪਹਿਲਾਂ ਜਿਹੜਾ ਹਮਲਾ ਕੀਤਾ ਸੀ ਭਾਰਤ ਦੇ ਉੱਪਰ, ਤਾਂ ਉਹ ਕਿਹਨਾਂ ਨੇ ਕੀਤਾ ਸੀਗਾ? ਅਰਬ ਵਾਲੇ ਸਾਈਡ ਦੇ ਲੋਕਾਂ ਨੇ ਕੀਤਾ ਸੀ। ਅਰਬ ਜਿਹੜੇ ਹੈਗੇ ਆ ਮੁਸਲਮਾਨਾਂ ਨੇ ਕੀਤਾ ਸੀਗਾ। ਤਾਂ ਇਸ ਚੀਜ਼ ਨੂੰ ਜ਼ਰੂਰ ਯਾਦ ਰੱਖਿਓ। ਤੇ ਜੇਕਰ ਗੱਲ ਕੀਤੀ ਜਾਵੇ ਅਰਬ ਦੇ ਵਿੱਚ ਜਿਹੜਾ ਹੈਗਾ ਮੁਸਲਮਾਨ ਸੀਗਾ, ਉਹ ਸਭ ਕਿਹੜਾ ਬੰਦਾ ਆਇਆ ਸੀਗਾ? ਤਾਂ ਸਭ ਤੋਂ ਪਹਿਲਾ ਬੰਦਾ ਆਇਆ ਸੀਗਾ ਮੁਹੰਮਦ ਜਿਹੜਾ ਹੈਗਾ ਮੁਹੰਮਦ ਬਿਨ ਕਾਸਮ, ਜਿਹੜਾ ਹੈਗਾ ਸਭ ਤੋਂ ਪਹਿਲਾਂ ਇੰਡੀਆ ਦੇ ਉੱਪਰ ਹਮਲਾ ਕਰਦਾ ਜੀ 712 ਏਡੀ ਦੇ ਵਿੱਚ। ਹੁਣ ਕਾਰਨ ਕੀ ਸੀਗਾ? ਕਾਰਨ ਕੀ ਸੀਗਾ ਉਹ ਵੀ ਮੈਂ ਤੁਹਾਨੂੰ ਦੱਸੂਗਾ ਜਦੋਂ ਆਪਾਂ ਡੀਪਲੀ ਮੁਹੰਮਦ ਬਿਨ ਕਾਸਮ ਨੂੰ ਕਰਾਂਗੇ। ਤਾਂ ਸਭ ਤੋਂ ਪਹਿਲਾਂ ਉਸ ਚੀਜ਼ ਨੂੰ ਡਿਸਕਸ ਕਰਾਂਗੇ ਕਿ ਮੁਹੰਮਦ ਬਿਨ ਕਾਸਮ ਕਿਸ ਕਾਰਨ ਜਿਹੜਾ ਹੈਗਾ ਭਾਰਤ ਦੇ ਉੱਪਰ ਹਮਲਾ ਕਰਨ ਲਈ ਆਉਂਦਾ ਗਾ। ਤਾਂ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਦੱਸੀਆਂ ਜਾਣਗੀਆਂ। ਮੁਹੰਮਦ ਬਿਨ ਕਾਸਮ 712 ਏਡੀ ਦੇ ਵਿੱਚ ਇੰਡੀਆ ਆਉਂਦਾ ਗਾ, 712 ਏਡੀ ਦੇ ਵਿੱਚ ਇੰਡੀਆ ਦੇ ਉੱਪਰ ਹਮਲਾ ਕਰਦਾ ਗਾ। ਤਾਂ ਦੋ ਥਾਵਾਂ ਤੇ ਇਹ ਹਮਲਾ ਕਰਦਾ, ਉਹ ਵੀ ਤੁਹਾਨੂੰ ਦੱਸਿਆ ਜਾਵੇਗਾ। ਸੈਕੰਡ ਕੀ ਹੈ? ਤੁਰਕੀ ਮੁਸਲਮਾਨਾਂ ਦਾ ਹਮਲਾ। ਤੁਰਕੀ ਮੁਸਲਮਾਨਾਂ ਦਾ ਹਮਲਾ ਜਿਹੜਾ ਹੈਗਾ ਸੀਗਾ ਉਹ ਕਿਹਦੇ ਦੁਆਰਾ ਕੀਤਾ ਗਿਆ ਸੀਗਾ? ਮਹਿਮੂਦ ਗਜ਼ਨਵੀ ਦੁਆਰਾ। ਤਾਂ ਵੈਰੀ ਵੈਰੀ ਇੰਪੋਰਟੈਂਟ ਬਣਦਾ, ਬਹੁਤ ਵਾਰ ਪੇਪਰ ਦੇ ਵਿੱਚ ਆਇਆ ਇਹ ਕਿ ਮਹਿਮੂਦ ਗਜ਼ਨਵੀ ਦੁਆਰਾ ਜਿਹੜਾ ਹੈਗਾ ਇਹ ਹਮਲਾ ਕੀਤਾ ਗਿਆ ਸੀਗਾ। ਕਦੋਂ ਕੀਤਾ ਗਿਆ ਸੀ? 1000 ਏਡੀ ਦੇ ਵਿੱਚ। 1000 ਏਡੀ ਦੇ ਵਿੱਚ ਜਿਹੜਾ ਹੈਗਾ ਇਹ ਹਮਲਾ ਕੀਤਾ ਗਿਆ ਸੀਗਾ ਮਹਿਮੂਦ ਜਿਹੜਾ ਹੈਗਾ ਗਜ਼ਨੀ ਦੁਆਰਾ। ਜਦੋਂ ਮਹਿਮੂਦ ਗਜ਼ਨੀ ਦੁਆਰਾ ਹਮਲਾ ਕੀਤਾ, ਉਸ ਤੋਂ ਬਾਅਦ ਮਹਿਮੂਦ ਗਜ਼ਨਵੀ ਤੋਂ ਬਾਅਦ ਜਿਹੜਾ ਹੈਗਾ ਮਹਿਮੂਦ ਗਜ਼ਨਵੀ ਦੀ ਡੈਥ ਹੋ ਜਾਂਦੀ ਹੈ। ਤਾਂ ਡੈਥ ਹੋਣ ਤੋਂ ਬਾਅਦ ਜਿਹੜਾ ਹੈਗਾ ਮੁਹੰਮਦ ਗੌਰੀ, ਉਹਦਾ ਭਰਾ ਹੁੰਦਾ ਜੀ ਮੁਹੰਮਦ ਗੌਰੀ, ਉਹ ਜਿਹੜਾ ਹੈਗਾ ਉਸ ਤੋਂ ਬਾਅਦ ਹਮਲਾ ਕਰਦਾ ਭਾਰਤ ਦੇ ਉੱਪਰ। ਤਾਂ ਉਹ ਕਦੋਂ ਕਰਦਾ ਜੀ? 1175 ਦੇ ਵਿੱਚ ਜਿਹੜਾ ਹੈਗਾ ਮੁਹੰਮਦ ਗੌਰੀ ਦਾ ਜਿਹੜਾ ਸਮਾਂ ਚੱਲਦਾ ਹੈਗਾ 1175 ਦੇ ਵਿੱਚ ਮੁਹੰਮਦ ਗੌਰੀ ਭਾਰਤ ਦੇ ਉੱਪਰ ਹਮਲਾ ਕਰਦਾ ਹੈਗਾ। ਥਰਡ ਦੇ ਵਿੱਚ ਕੀ ਹੁੰਦਾ ਹੈ? ਤਾਂ ਮੁਹੰਮਦ ਗੌਰੀ ਦਾ ਇੱਕ ਸਭ ਤੋਂ ਚਹੇਤਾ ਬੰਦਾ ਹੁੰਦਾ ਹੈ, ਖਸਮ ਖਾਸ ਆਪਾਂ ਜਿਹਨੂੰ ਆਪਾਂ ਕਹਿ ਸਕਦੇ ਹਾਂ, ਉਹ ਬੰਦਾ ਹੁੰਦਾ ਹੈਗਾ, ਉਹਦਾ ਨਾਮ ਹੈ ਜੀ ਕੁਤਬਦੀਨ ਐਬਕ। ਕੁਤਬਦੀਨ ਐਬਕ ਕੀ ਕਰਦਾ ਹੈ? ਦਿੱਲੀ ਸਲਤਨਤ ਦਾ ਜਿਹੜਾ ਹੈਗਾ ਸਥਾਪਨਾ ਕਰਦਾ ਹੈ। ਕੁਤਬਦੀਨ ਐਬਕ ਕੀ ਕਰਦਾ ਹੈਗਾ? ਦਿੱਲੀ ਸਲਤਨਤ ਦੀ ਜਿਹੜੀ ਹੈਗੀ ਹੈ ਸਥਾਪਨਾ ਕਰਦਾ ਹੈ। ਤਾਂ ਅੱਗੇ ਜਿਹੜੀ ਹੈਗੀ ਹੈ ਦਿੱਲੀ ਸਲਤਨਤ ਜਿਹੜੀ ਹੈਗੀ ਹੈ ਚੱਲੇਗੀ। ਤਾਂ ਦਿੱਲੀ ਸਲਤਨਤ ਅੱਗੇ ਜਿਹੜੀ ਹੈਗੀ ਆ ਕਾਫੀ ਜ਼ਿਆਦਾ ਲੰਬੀ ਚੱਲੇਗੀ। ਇਹਦੇ ਵਿੱਚ ਡਾਇਨੈਸਟੀਆਂ ਆਉਣਗੀਆਂ, ਡਾਇਨੈਸਟੀਆਂ ਦੇ ਵਿੱਚ ਅਲੱਗ-ਅਲੱਗ ਰਾਜੇ ਬਣਨਗੇ। ਤਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਅੱਗੇ ਦਿੱਲੀ ਸਲਤਨਤ ਦਾ ਜਿਹੜਾ ਹੈਗਾ ਪੀੜ ਚੱਲ ਪੈਂਦਾ। ਤਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਕਰਮਵਾਰ ਆਪਾਂ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ, ਸਭ ਤੋਂ ਪਹਿਲਾਂ ਜਿਹੜਾ ਬੰਦਾ ਇੰਡੀਆ ਦੇ ਵਿੱਚ ਜਿਹੜਾ ਹੈਗਾ ਹਮਲਾ ਕਰਨ ਦੇ ਲਈ ਆਇਆ ਸੀਗਾ, ਤਾਂ ਉਸ ਦਾ ਨਾਮ ਹੈ ਜੀ ਮੁਹੰਮਦ ਬਿਨ ਕਾਸਮ। ਮੁਹੰਮਦ ਬਿਨ ਕਾਸਮ ਇਹ ਬੰਦੇ ਦੀ ਫੋਟੋ ਹੈ ਜੀ, ਇਸ ਨੂੰ ਜ਼ਰੂਰ ਬੰਦੇ ਨੂੰ ਪਿਕਚਰ ਰਾਹੀਂ ਵੀ ਯਾਦ ਰੱਖ ਲਓ। ਇਹ ਬੰਦਾ ਸੀਗਾ, ਠੀਕ ਹੈ। ਇਹਨੇ ਫਸਟ ਜਿਹੜਾ ਹੈਗਾ ਪਹਿਲੀ ਵਾਰ ਜਿਹੜਾ ਹੈਗਾ ਮੁਸਲਿਮ ਜਿਹੜਾ ਹੈਗਾ ਇਨਵੇਜ਼ਨ ਸੀਗਾ। ਤਾਂ ਪਹਿਲੀ ਵਾਰ ਹਮਲਾ ਜਿਹੜਾ ਭਾਰਤ ਦੇ ਉੱਪਰ ਕਦੋਂ ਕੀਤਾ ਸੀਗਾ? 712 ਏਡੀ ਦੇ ਵਿੱਚ ਭਾਰਤ ਦੇ ਉੱਪਰ ਇਸ ਬੰਦੇ ਨੇ ਹਮਲਾ ਕੀਤਾ ਸੀ। ਤਾਂ ਤੁਹਾਨੂੰ ਪੁੱਛ ਲਿਆ ਜਾਂਦਾ ਕਿ ਮੁਹੰਮਦ ਬਿਨ ਕਾਸਮ ਕੌਣ ਸੀਗਾ? ਇੱਕ ਅਰਬੀ ਸੀਗਾ ਜੀ, ਅਰਬੀ ਮੁਸਲਮਾਨ ਸੀਗਾ, ਅਰਬ ਦੇ ਵਿੱਚੋਂ ਆਇਆ ਸੀਗਾ, ਠੀਕ ਹੈ ਨਾ। ਤਾਂ ਇਸ ਚੀਜ਼ ਨੂੰ ਵੀ ਜ਼ਰੂਰ ਯਾਦ ਰੱਖਿਓ। ਇਸ ਬੰਦੇ ਨੇ 712 ਏਡੀ ਦੇ ਵਿੱਚ ਹਮਲਾ ਕੀਤਾ ਸੀ ਭਾਰਤ ਦੇ ਉੱਪਰ।
ਜਦੋਂ ਹਮਲਾ ਕੀਤਾ, ਕਿੱਥੇ ਕਿੱਥੇ ਹਮਲਾ ਕੀਤਾ, ਤਾਂ 2 ਥਾਵਾਂ ਤੇ ਹਮਲਾ ਕੀਤਾ ਸੀਗਾ। ਤਾਂ ਕਿਹੜਾ ਕਿਹੜਾ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂਗੇ, ਸਿੰਧ ਦਾ ਰਾਜਾ ਹੁੰਦਾ ਸੀਗਾ ਦਾਹਿਰ, ਠੀਕ ਹੈ ਜੀ। ਸਿੰਧ ਦਾ ਇੱਕ ਰਾਜਾ ਸੀ, ਸਿੰਧ ਦੇ ਉੱਪਰ ਹਮਲਾ ਕੀਤਾ, ਉੱਥੋਂ ਦਾ ਰਾਜਾ ਸੀਗਾ ਦਾਹਿਰ, ਠੀਕ ਹੈ ਨਾ। ਰੁਵਾਰਜਾ ਰੇਵਰ ਦਾ ਯੁੱਧ ਹੋਇਆ, ਰੁਵਾਰਜਾ ਰੇਵਰ ਦਾ ਯੁੱਧ ਹੋਇਆ, ਜਿਹਦੇ ਵਿੱਚ ਸਿੰਧ ਦਾ ਰਾਜੇ ਨੂੰ ਦਾਹਿਰ ਸੀਗਾ ਉਹਨੂੰ ਕੀ ਕਰ ਲਿਆ ਇਹਨਾਂ ਨੇ, ਬੰਦੀ ਬਣਾ ਲਿਆ ਸੀਗਾ। ਤਾਂ ਸਿੰਧ ਦੇ ਰਾਜੇ ਨੂੰ ਕੀ ਕਰ ਲਿਆ ਸੀਗਾ, ਬੰਦੀ ਬਣਾ ਲਿਆ ਸੀ। ਕਿਉਂ ਆਇਆ ਸੀ, ਕਿਉਂ ਇਹਨੇ ਨਾਲ ਹਮਲਾ ਕੀਤਾ ਸੀਗਾ, ਤਾਂ ਉਹ ਵੀ ਆਪਾਂ ਡਿਸਕਸ ਕਰਾਂਗੇ। ਕਾਰਨ ਕੀ ਸੀਗਾ ਹਮਲਾ ਕਰਨ ਦਾ, ਕਿ ਇੱਕ ਕਾਰਨ ਇਹ ਸੀਗਾ ਕਿ ਜਿਹੜਾ ਇੱਕ ਅਰਬ ਦਾ ਇੱਕ ਰਾਜਾ ਸੀਗਾ, ਇਸ ਤੋਂ ਪਹਿਲਾਂ ਇਰਾਕ ਦਾ ਇੱਕ ਸ਼ਾਸਕ ਹੁੰਦਾ ਸੀ ਇਰਾਕ ਦਾ, ਉਹਦਾ ਨਾਮ ਸੀਗਾ ਜੀ ਅਲੀ ਹਜਾਜ। ਅਲੀ ਹਜਾਜ ਜਿਹੜਾ ਹੈਗਾ ਉਹ ਬੰਦਾ ਸੀਗਾ, ਉਹਦੀਆਂ ਛਿੱਪਾਂ ਜਿਹੜੀਆਂ ਹੈਗੀਆਂ ਸੀ ਉਹ ਭਾਰਤ ਦੇ ਵਿੱਚ ਸਿੰਧ ਦੇ ਨੇੜੇ ਜਿਹੜੀਆਂ ਹੈਗੀਆਂ ਕੁਝ ਅਣਪਛਾਤੇ ਬੰਦਿਆਂ ਦੁਆਰਾ ਲੁੱਟ ਲਈਆਂ ਸੀਗੀਆਂ। ਤਾਂ ਜਦੋਂ ਉਹਨਾਂ ਦੀਆਂ ਛਿੱਪਾਂ ਲੁੱਟ ਲਈਆਂ, ਉਹਨਾਂ ਦੇ ਜਹਾਜ਼ ਜਿਹੜੇ ਹੈਗੇ ਆ ਉਹ ਚੋਰੀ ਕਰ ਲਏ, ਉਹਨਾਂ ਦਾ ਸਮਾਨ ਵਿੱਚ ਚੋਰੀ ਕਰ ਲਿਆ, ਤਾਂ ਅਲੀ ਹਜਾਜ ਨੇ ਇੱਕ ਪੈਗਾਮ ਭੇਜਿਆ ਦਾਹਿਰ ਨੂੰ, ਸਿੰਧ ਦੇ ਰਾਜੇ ਦਾਹਿਰ ਨੂੰ, ਕਿ ਭਾਈ ਤੇਰੇ ਇਲਾਕੇ ਦੇ ਵਿੱਚ ਮੇਰੀਆਂ ਛਿੱਪਾਂ ਜਿਹੜੀਆਂ ਹੈਗੀਆਂ ਕੁਝ ਅਣਪਛਾਤੇ ਬੰਦਿਆਂ ਦੁਆਰਾ ਜਿਹੜੀਆਂ ਹੈਗੀਆਂ ਨੇ ਲੁੱਟ ਲਈਆਂ ਨੇ, ਤਾਂ ਉਹਨਾਂ ਦੀ ਤਹਿਕੀਕਾਤ ਜਿਹੜੀ ਹੈਗੀ ਆ ਮੈਨੂੰ ਕਰਕੇ ਦਿਓ, ਕਿ ਜੋ ਸਮੁੰਦਰੀ ਲਟੇਰਿਆਂ ਦੁਆਰਾ ਮੇਰੀਆਂ ਜਿਹੜੀਆਂ ਹੈਗੀਆਂ ਛਿੱਪਾਂ ਨੂੰ, ਜਹਾਜ਼ਾਂ ਨੂੰ ਲੁੱਟਿਆ ਗਿਆ, ਉਹਨਾਂ ਦੀ ਤਹਿਕੀਕਾਤ ਜ਼ਰੂਰ ਕਰਕੇ ਦਿਓ। ਤਾਂ ਦਾਹਿਰ ਬੰਦਾ ਜਿਹੜਾ ਹੈਗਾ ਲੂਡਲੀ ਬਿਹੇਵ ਦਾ ਸੀਗਾ, ਤਾਂ ਦਾਹਿਰ ਨੇ ਇਸ ਚੀਜ਼ ਨੂੰ ਜਿਹੜਾ ਹੈਗਾ ਜਵਾਬ ਦੇਤਾ, ਦਾਹਿਰ ਨੇ ਮਨਾ ਕਰ ਦਿੱਤਾ। ਤਾਂ ਉਸ ਚੀਜ਼ ਦਾ ਜਿਹੜਾ ਹੈਗਾ ਬਦਲਾ ਲੈਣ ਦੇ ਲਈ, ਜਿਹੜਾ ਹੈਗਾ ਮੁਹੰਮਦ ਬਿਨ ਕਾਸਿਮ ਜਿਹੜਾ ਹੈਗਾ ਇੰਡੀਆ ਦੇ ਵਿੱਚ ਆਇਆ ਸੀਗਾ। ਤਾਂ ਮੁਹੰਮਦ ਬਿਨ ਕਾਸਿਮ ਜਿਹੜਾ ਹੈਗਾ 712 AD ਦੇ ਵਿੱਚ ਇੰਡੀਆ ਆਉਂਦਾ ਹੈਗਾ। ਤਾਂ 712 AD ਦੇ ਵਿੱਚ ਸਭ ਤੋਂ ਪਹਿਲਾਂ ਜਦੋਂ ਆ ਕੇ ਉਹ ਕੀ ਕਰਦਾ, ਕਿੱਥੇ ਹਮਲਾ ਕਰਦਾ ਹੈ, ਸਿੰਧ ਦੇ ਉੱਪਰ ਹਮਲਾ ਕਰਦਾ। ਸਿੰਧ ਦਾ ਰਾਜਾ ਹੁੰਦਾ ਸੀ ਦਾਹਿਰ, ਉਹਨੂੰ ਕੀ ਕਰ ਲੈਂਦਾ ਹੈਗਾ, ਬੰਦੀ ਬਣਾ ਲੈਂਦਾ ਹੈਗਾ। ਪਹਿਲਾ ਪੁਆਇੰਟ ਨੋਟ ਜ਼ਰੂਰ ਕਰਿਓ, ਬਹੁਤ ਇੰਪੋਰਟੈਂਟ ਆ ਆਪਣੇ ਵਾਸਤੇ ਇਹ। ਸੈਕੰਡ, ਓਬਜੈਕਟਿਵ ਕੀ ਸੀਗਾ, ਠੀਕ ਆ, ਧਨ ਦੌਲਤ ਦਾ ਲੁੱਟਣਾ, ਠੀਕ ਆ। ਕੀ ਕਾਰਨ ਸੀਗਾ ਇਹਨਾਂ ਦਾ ਭਾਰਤ ਦੇ ਵਿੱਚ ਆਉਣਾ, ਠੀਕ ਆ। ਪਹਿਲਾ ਓਬਜੈਕਟਿਵ, ਉਦੇਸ਼ ਕੀ ਸੀਗਾ, ਸਭ ਤੋਂ ਪਹਿਲਾਂ ਕੀ ਸੀਗਾ ਕਿ ਧਨ ਦੌਲਤ ਜਿਹੜਾ ਹੈਗਾ ਉਹਨੂੰ ਲੁੱਟਣ ਦਾ ਇਹਨਾਂ ਦਾ ਮੋਟਿਵ ਸੀਗਾ। ਸੈਕੰਡ ਕੀ ਸੀਗਾ, ਪ੍ਰੋਪਗੇਸ਼ਨ ਆਫ ਦ ਇਸਲਾਮ ਧਰਮ, ਕਿ ਇਸਲਾਮ ਧਰਮ ਦਾ ਪ੍ਰਚਾਰ ਕਰਨ ਦਾ ਇਹਨਾਂ ਦਾ ਮੇਨ ਮਤਲਬ ਹੁੰਦਾ ਸੀ ਕਿ ਇਸਲਾਮ ਧਰਮ ਨੂੰ ਜਿਹੜਾ ਹੈਗਾ ਪੂਰੀ ਕੰਟਰੀ ਦੇ ਵਿੱਚ, ਪੂਰੇ ਵਰਲਡ ਦੇ ਵਿੱਚ ਜਿਹੜਾ ਹੈਗਾ ਪਾਪੂਲਰ ਕੀਤਾ ਜਾਵੇ। ਥਰਡ ਇਹਨਾਂ ਦਾ ਕੀ ਇਰਾਦਾ ਹੁੰਦਾ ਸੀਗਾ ਕਿ ਇਰਾਕ ਦਾ ਰੂਲਰ ਅਲੀ ਹਜਾਜ, ਆਪਾਂ ਪਹਿਲਾਂ ਡਿਸਕਸ ਕੀਤੀ ਹੈ, ਲੁਕੜ ਸ਼ਪੈਰ ਦੀ ਜਿਹੜਾ ਹੈਗਾ ਪਾਰਟਨਰ ਦੇਵਲਾਵਲ ਸਿੰਧ। ਤਾਂ ਇਰਾਕ ਦਾ ਇੱਕ ਸ਼ਾਸਕ ਹੁੰਦਾ ਸੀ ਅਲੀ ਹਜਾਜ, ਉਹਦੀਆਂ ਜਿਹੜੀਆਂ ਛਿੱਪਾਂ ਸੀਗੀਆਂ ਉਹ ਸਿੰਧ ਦੇ ਦੇਵਲ ਜਿਹੜਾ ਹੈਗਾ ਵਿੱਚ ਸਮੁੰਦਰ ਦੀ ਡਾਕੂਆਂ ਦੁਆਰਾ ਕੀੜੀਆਂ ਲੁੱਟ ਲਈਆਂ ਗਈਆਂ ਸੀ। ਤਾਂ ਕਰਕੇ ਜਿਹੜਾ ਹੈਗਾ ਉਸ ਬੰਦੇ ਨੇ ਅਲੀ ਹਜਾਜ ਕੀ ਸੀਗਾ, ਇਰਾਕ ਦਾ ਰਾਜਾ ਸੀਗਾ, ਠੀਕ ਹੈ ਜੀ। ਤਾਂ ਇਹ ਚੀਜ਼ ਨੂੰ ਜ਼ਰੂਰ ਯਾਦ ਰੱਖਿਓ, ਅੱਛਾ, ਕਈ ਵਾਰੀ ਪੁੱਛ ਲਿਆ ਜਾਂਦਾ ਹੈ ਕਿ ਜਿਹੜਾ ਇਰਾਕ ਦਾ ਰਾਜਾ ਅਲੀ ਹਜਾਜ ਸੀਗਾ, ਉਹਦੀਆਂ ਛਿੱਪਾਂ ਕਿੱਥੋਂ ਤੋਂ ਲੈ ਕੇ ਕਿੱਥੇ ਜਾ ਰਹੀਆਂ ਸੀਗੀਆਂ। ਤਾਂ ਉਹਦੀਆਂ ਛਿੱਪਾਂ ਜਿਹੜੀਆਂ ਹੈਗੀਆਂ ਸੀਗੀਆਂ ਸ਼੍ਰੀਲੰਕਾ ਤੋਂ ਸਿੰਧ ਵੱਲ ਆ ਰਹੀਆਂ ਸੀਗੀਆਂ। ਤਾਂ ਰਸਤੇ ਦੇ ਵਿੱਚ ਜਿਹੜੀਆਂ ਹੈਗੀਆਂ ਕੁਝ ਲਟੇਰਿਆਂ ਦੁਆਰਾ ਇਹ ਛਿੱਪਾਂ ਨੂੰ ਲੁੱਟ ਲਿਆ ਗਿਆ। ਲੁੱਟ ਕੇ ਕੀ ਕੀਤਾ ਗਿਆ, ਤਾਂ ਉਸ ਬੰਦੇ ਨੇ ਪੈਗਾਮ ਭੇਜਿਆ ਸਿੰਧ ਦੇ ਰਾਜੇ ਦਾਹਿਰ ਨੂੰ, ਠੀਕ ਹੈ। ਜੇਕਰ ਉਹ ਤਹਿਕੀਕਾਤ ਕਰਕੇ ਦੇ ਦਿੰਦਾ ਤਾਂ ਅੱਜ ਹਿਸਟਰੀ ਹੋਰ ਹੋਣੀ ਸੀਗੀ। ਤਾਂ ਉਸ ਬੰਦੇ ਨੇ ਤਹਿਕੀਕਾਤ ਨਹੀਂ ਕੀਤੀ, ਤਾਂ ਉਸ ਬੰਦੇ ਨੇ ਆਪਣਾ ਇੱਕ ਖਾਜ਼ਮ ਖਾਸ ਭੇਜਿਆ ਮੁਹੰਮਦ ਬਿਨ ਕਾਸਿਮ, ਬਦਲਾ ਲੈਣ ਦੇ ਲਈ, ਤਹਿਕੀਕਾਤ ਕਰਨ ਦੇ ਲਈ। ਤਾਂ ਸਭ ਤੋਂ ਪਹਿਲਾਂ ਆ ਕੇ ਉਸਨੇ ਕੀ ਕੀਤਾ ਕਿ ਸਿੰਧ ਦੇ ਉੱਪਰ ਹਮਲਾ ਕੀਤਾ। ਤਾਂ ਇਸ ਚੀਜ਼ ਨੂੰ ਜ਼ਰੂਰ ਯਾਦ ਰੱਖਿਓ, ਆਪਣੇ ਵਾਸਤੇ ਇੰਪੋਰਟੈਂਟ ਬਣੇਗਾ। ਉਸ ਤੋਂ ਬਾਅਦ ਸੀਗਾ ਕਿ 713 AD ਦੇ ਵਿੱਚ ਕੀ ਕੀਤਾ, ਇਨਵੇਜ਼ਨ ਆਫ ਜਿਹੜਾ ਹੈਗਾ ਮੁਲਤਾਨ ਗੋਲਡ ਸਿਟੀ। ਅੱਛਾ ਜੀ, ਬਹੁਤ ਪੇਪਰ ਦੇ ਵਿੱਚ ਵੈਰੀ ਇੰਪੋਰਟੈਂਟ ਕੁਐਸਚਨ ਬਣਦਾ ਇੱਥੋਂ। ਬਹੁਤ ਵਾਰ ਪੇਪਰ ਦੇ ਵਿੱਚ ਇਹ ਕੁਐਸਚਨ ਆਇਆ ਵੀ ਹੈ ਕਿ ਬਹੁਤ ਵਾਰ ਪੇਪਰ ਦੇ ਵਿੱਚ ਇਹ ਕੁਐਸਚਨ ਰਹਿੰਦਾ ਵੀ ਹੈ ਕਿ 713 AD ਦੇ ਵਿੱਚ 713 AD ਦੇ ਵਿੱਚ ਕੀ ਸੀਗਾ ਕਿ ਮੁਲਤਾਨ ਦੇ ਉੱਪਰ ਹਮਲਾ ਕਰਦਾ, ਠੀਕ ਹੈ ਨਾ। ਮੁਹੰਮਦ ਬਿਨ ਕਾਸਿਮ ਕੀ ਕਰਦਾ 713 AD ਦੇ ਵਿੱਚ ਮੁਲਤਾਨ ਦੇ ਉੱਪਰ ਜਿਹੜਾ ਹੈਗਾ ਹਮਲਾ ਕਰਦਾ। ਮੁਲਤਾਨ ਦੇ ਉੱਪਰ ਹਮਲਾ ਕਰਕੇ, ਕਿਉਂਕਿ ਉੱਥੇ ਬਹੁਤ ਜ਼ਿਆਦਾ ਜਿਹੜਾ ਹੈਗਾ ਸੋਨਾ ਪਾਇਆ ਜਾਂਦਾ ਸੀ, ਤਾਂ ਸਾਰਾ ਸੋਨਾ ਲੁੱਟ ਕੇ ਲੈ ਜਾਂਦਾ। ਤੇ ਜਾਂਦਾ ਇੱਕ ਖਿਤਾਬ ਦੇ ਦਿੰਦਾ ਦਾ ਸਿਟੀ ਆਫ ਗੋਲਡ,
ਗੋਲਡ, ਦ ਸਿਟੀ ਆਫ ਗੋਲਡ। ਦੇਖੋ ਇਹ ਚੀਜ਼ ਜ਼ਰੂਰ ਯਾਦ ਰੱਖਿਓ ਜੀ, ਕਿਉਂਕਿ ਦ ਸਿਟੀ ਆਫ ਗੋਲਡ ਜਿਹੜਾ ਹੈਗਾ ਮੁਲਤਾਨ ਨੂੰ ਕਿਹਾ ਜਾਂਦਾ ਦਾ ਜਿਹੜਾ ਹੈਗਾ ਇੱਕ ਪੁੱਛਿਆ ਜਾਂਦਾ ਹੈ ਅੰਮ੍ਰਿਤਸਰ ਦੇ ਵਿੱਚ ਗੋਲਡਨ ਟੈਂਪਲ, ਠੀਕ ਹੈ ਨਾ, ਉਹਦੇ ਵਿੱਚ ਪੁੱਛਿਆ ਜਾਂਦਾ ਗੋਲਡਨ ਟੈਂਪਲ ਕਿਹੜੀ ਸਿਟੀ ਨੂੰ ਕਿਹਾ ਜਾਂਦਾ ਹੈਗਾ, ਉਹ ਅੰਮ੍ਰਿਤਸਰ ਨੂੰ ਕਿਹਾ ਜਾਂਦਾ ਹੈ। ਤੇ ਜੇਕਰ ਗੱਲ ਕੀਤੀ ਜਾਵੇ ਗੋਲਡ ਸਿਟੀ ਆਫ ਜਿਹੜਾ ਹੈਗਾ ਤਾਂ ਉਹ ਕਿਹੜੇ ਕਿਹਾ ਜਾਂਦਾ ਹੈਗਾ, ਮੁਲਤਾਨ ਨੂੰ ਕਿਹਾ ਜਾਂਦਾ, ਜੋ ਅੱਜ ਕੱਲ੍ਹ ਜੋ ਪਾਕਿਸਤਾਨ ਦੇ ਵਿੱਚ ਹੈ, ਠੀਕ ਹੈ ਨਾ। ਤਾਂ ਇਸ ਚੀਜ਼ ਨੂੰ ਜ਼ਰੂਰ ਯਾਦ ਰੱਖਿਓ। ਤਾਂ ਉਸ ਸਮੇਂ ਜਿਹੜਾ ਹੈਗਾ ਇਹ ਸਾਰਾ ਇਤਿਹਾਸ ਆਪਾਂ ਨੂੰ ਕਿੱਥੋਂ ਮਿਲਦਾ ਹੈਗਾ, ਇਹ ਸਭ ਇਤਿਹਾਸ ਜਿਹੜਾ ਹੈਗਾ ਇੱਕ ਰਾਈਟਰ ਸੀਗਾ ਅਲੀ ਅਹਿਮਦ, ਉਹਦੀ ਇੱਕ ਬੁੱਕ ਸੀਗੀ ਚਰਚਨਾਮਾ, ਵੈਰੀ ਵੈਰੀ ਇੰਪੋਰਟੈਂਟ ਬਣਦੀ ਹੈ ਇਹ ਬੁੱਕ ਦਾ ਨਾਮ, ਕਿ ਜਿਹੜਾ ਇਹ ਸਾਰਾ ਇਤਿਹਾਸ ਜਿਹੜੀ ਇਨਫੋਰਮੇਸ਼ਨ ਜਿਹੜੀ ਹੈਗੀ ਸੀਗੀ, ਜਿੰਨਾ ਇਤਿਹਾਸ ਜਿਹੜਾ ਹੈਗਾ ਲਿਖਿਆ ਗਿਆ ਸੀਗਾ ਉਹ ਅਲੀ ਅਹਿਮਦ ਦੀ ਚਰਚਨਾਮਾ ਬੁੱਕ ਦੇ ਵਿੱਚ ਜਿਹੜਾ ਹੈਗਾ ਆਪਾਂ ਨੂੰ ਮਿਲਦਾ। ਤਾਂ ਇਸ ਬੁੱਕ ਦਾ ਨਾਮ ਚਰਚਨਾਮਾ ਬੁੱਕ ਦਾ ਰਾਈਟਰ ਕੌਣ ਹੈ, ਅਲੀ ਅਹਿਮਦ, ਠੀਕ ਹੈ। ਉਹਦੀ ਕਿਤਾਬ ਸੀਗੀ ਚਰਚਨਾਮਾ, ਜੋ ਕਿ ਸਾਰਾ ਇਤਿਹਾਸ ਜਿਹੜਾ ਹੈਗਾ ਆਪਾਂ ਨੂੰ ਉੱਥੋਂ ਦੇਖਣ ਨੂੰ ਮਿਲਦਾ ਹੈਗਾ। ਤਾਂ ਇਸ ਚੀਜ਼ ਨੂੰ ਵੀ ਜ਼ਰੂਰ ਯਾਦ ਰੱਖਿਓ। ਸੈਕੰਡ ਕੀ ਸੀਗਾ, ਕੀ ਕਾਰਨ ਭਾਰਤ ਉੱਤੇ ਜਿਹੜੇ ਹੈਗਾ ਅਰਬੀ ਹਮਲੇ ਦੇ ਕੀ ਕਾਰਨ ਹੋਏ, ਕੀ ਕਾਰਨ ਜਿਹੜੇ ਹੈਗੇ ਆ ਭਾਰਤ ਨੂੰ ਚੱਲਣੇ ਪਏ, ਆਪਾਂ ਉਸ ਚੀਜ਼ ਨੂੰ ਡਿਸਕਸ ਕਰਦੇ ਹਾਂ। ਤਾਂ ਸਭ ਤੋਂ ਪਹਿਲਾਂ ਆਪਾਂ ਜੇ ਗੱਲ ਕਰੀਏ ਇਫੈਕਟਿਵ ਆਫ ਅਰਬਿਕ ਇਨਵੇਜ਼ਨ ਔਨ ਇੰਡੀਆ, ਅਰਬੀ ਹਮਲੇ ਦਾ ਭਾਰਤ ਉੱਪਰ ਕੀ ਅਸਰ ਪਿਆ, ਉਸ ਚੀਜ਼ ਨੂੰ ਆਪਾਂ ਦੇਖਦੇ ਹਾਂ। ਸਭ ਤੋਂ ਪਹਿਲਾ ਅਸਰ ਕੀ ਸੀਗਾ ਕਿ ਭਾਰਤ ਵਿੱਚ ਮੁਸਲਿਮ ਦਾ ਜਿਹੜਾ ਹੈਗਾ ਉਭਾਰ ਹੋਣ ਲੱਗਿਆ। ਉਭਾਰ ਦਾ ਮਤਲਬ ਕੀ ਹੈ, ਦਾ ਜਿਹੜੇ ਹੈਗੇ ਕੀ ਕਹਿਣ ਦਾ ਮਤਲਬ ਕਿ ਇਸ ਜਿਹੜਾ ਮੁਸਲਮਾਨ ਸੀ ਨਾ ਉਹ ਆਪਣਾ ਧਰਮ ਦਾ ਪ੍ਰਚਾਰ ਕਰਨ ਲੱਗੇ, ਠੀਕ ਹੈ ਨਾ। ਭਾਰਤ ਦੇ ਵਿੱਚ ਕੀ ਕੀਤਾ, ਇਸਲਾਮਾਂ ਨੇ ਆਪਣੇ ਜਿਹੜਾ ਹੈਗਾ ਧਰਮ ਦਾ ਕੀ ਕੀਤਾ ਹੈਗਾ, ਉਭਾਰ ਕਰਨ ਲੱਗੇ। ਉਭਾਰ ਦਾ ਮਤਲਬ ਕੀ ਹੈ, ਪ੍ਰਚਾਰ ਕਰਨਾ ਜਾਂ ਇਸਲਾਮਿਕ ਧਰਮ ਨੂੰ ਫੈਲਾਉਣ ਦਾ ਕੰਮ ਜਿਹੜਾ ਹੈਗਾ ਕੀਤਾ ਮੁਸਲਮਾਨਾਂ ਨੇ। ਸੈਕੰਡ ਨੰਬਰ ਕੀ ਸੀਗਾ, ਦਾ ਜਿਹੜਾ ਹੈਗਾ ਅਰਬਿਕ ਕਲਚਰ ਦਾ ਟ੍ਰੇਡ ਨੌਲੇਜ ਐਂਡ ਦਾ ਨੌਲੇਜ ਐਕਸਚੇਂਜ। ਕਹਿੰਦਾ ਵੀ ਭਾਰਤ ਵਿੱਚ ਜਿਹੜਾ ਹੈਗਾ ਭਾਰਤ ਵਿੱਚ ਜਿਹੜਾ ਇਹ ਚੀਜ਼ ਨੂੰ ਲੈਤਾ ਗਿਆ ਕਿ ਭਾਰਤ ਅਰਬ ਸੱਭਿਆਚਾਰ, ਵਪਾਰਕ ਵਿਗਿਆਨ ਅਤੇ ਗਿਆਨ ਦਾ ਆਦਾਨ ਪ੍ਰਦਾਨ ਕਰਨਾ ਇੱਥੋਂ ਸੌਖਾ ਹੁੰਦਾ ਸੀਗਾ। ਥਰਡ ਕੀ ਸੀਗਾ ਕਿ ਊਠਾਂ ਪਾਲਣ ਦਾ ਅਭਿਆਸ, ਊਠਾਂ ਪਾਲਣ, ਕੈਮਲ ਫਾਰਮਿੰਗ ਜਿਹੜੀ ਹੈਗੀ ਆ, ਊਠਾਂ ਦੀ ਖੇਤੀ ਜਿਹੜੀ ਹੈਗੀ ਆ, ਇਹ ਜਿਹੜੀ ਹੈਗੀ ਆ ਸ਼ੁਰੂਆਤ ਕੀਤੀ ਕਿਹਨਾਂ ਦੁਆਰਾ, ਮੁਸਲਮਾਨਾਂ ਦੁਆਰਾ, ਠੀਕ ਹੈ ਨਾ। ਇਹ ਵੀ ਜ਼ਰੂਰ ਯਾਦ ਰੱਖਣਾ, ਬਹੁਤ ਇੰਪੋਰਟੈਂਟ ਬਣਦਾ ਆਪਣੇ ਵਾਸਤੇ। ਥਰਡ ਕੀ ਹੈ, ਫੋਰਥ ਕੀ ਹੈ ਕਿ ਖਜੂਰਾਂ ਦੀ ਖੇਤੀ, ਵੈਰੀ ਵੈਰੀ ਇੰਪੋਰਟੈਂਟ ਬਣਦਾ ਜੀ, ਬਹੁਤ ਵਾਰ ਪੇਪਰ ਦੇ ਵਿੱਚ ਆਇਆ ਕਿ ਡੇਟ ਫਾਰਮਿੰਗ ਜਿਹੜੀ ਹੈਗੀ ਆ, ਖਜੂਰਾਂ ਦੀ ਖੇਤੀ ਜਿਹੜੀ ਹੈਗੀ ਆ, ਉਹ ਕੌਣ ਲੈ ਕੇ ਆਏ ਸੀਗੇ, ਅਰਬੀ ਲੈ ਕੇ ਆਏ ਸੀ। ਅਰਬੀ ਦੀ ਗੱਲ ਕਰ ਰਹੇ ਆਪਾਂ, ਠੀਕ ਹੈ ਨਾ। ਕਈ ਵਾਰੀ ਉੱਥੇ ਅਰਬੀ ਤੇ ਤੁਰਕੀ ਦਾ ਆਪਸ਼ਨ ਹੋਊਗਾ, ਠੀਕ ਹੈ ਨਾ। ਤਾਂ ਅਰਬੀ ਜਿਹੜੇ ਹੈਗੇ ਆ ਸਭ ਤੋਂ ਪਹਿਲਾਂ ਜਿਹੜੇ ਹੈਗੇ ਖਜੂਰਾਂ ਦੀ ਖੇਤੀ ਭਾਰਤ ਦੇ ਵਿੱਚ ਲੈ ਕੇ ਆਏ ਸੀਗੇ। ਕਰੰਸੀ ਮੁਦਰਾ, ਠੀਕ ਹੈ ਨਾ, ਅਰਬੀ ਦੁਆਰਾ ਜਿਹੜਾ ਹੈਗਾ ਕਰੰਸੀ ਜਿਹੜੀ ਹੈਗੀ ਆ ਸ਼ੁਰੂ ਕੀਤੀ ਗਈ। ਤਾਂ ਉਸ ਕਰੰਸੀ ਦਾ ਨਾਮ ਕੀ ਸੀਗਾ, ਉਸ ਕਰੰਸੀ ਦਾ ਨਾਮ ਵੀ ਤੁਹਾਨੂੰ ਦੱਸ ਦਿੰਦਾ ਜੀ। ਉਸ ਕਰੰਸੀ ਦਾ ਨਾਮ ਸੀਗਾ ਦਰਹਮ, ਦਰਹਮ, ਦਰਹਮ ਮੁਦਰਾ। ਦਰਹਮ ਮੁਦਰਾ ਜਿਹੜੀ ਹੈਗੀ ਆ ਸ਼ੁਰੂਆਤ ਕੀਤੀ ਗਈ ਭਾਰਤ ਦੇ ਵਿੱਚ, ਉਹ ਕਿਹਨਾਂ ਨੇ ਕੀਤੀ ਸੀਗੀ, ਤਾਂ ਉਹ ਅਰਬੀ ਲੋਕਾਂ ਨੇ ਕੀਤੀ ਸੀਗੀ, ਠੀਕ ਹੈ ਨਾ। ਇਸ ਚੀਜ਼ ਨੂੰ ਵੀ ਜ਼ਰੂਰ ਯਾਦ ਰੱਖਿਓ। ਉਸ ਤੋਂ ਬਾਅਦ ਟੈਕਸ ਕਾਲਡ ਜਜੀਆ ਨੌਨ ਟੈਕਸ। ਕਹਿੰਦਾ ਵੀ ਜਜੀਆ ਟੈਕਸ ਵੀ ਜਿਹੜਾ ਹੈਗਾ ਕਾਸਮ ਦੁਆਰਾ ਸ਼ੁਰੂਆਤ ਕੀਤਾ ਗਿਆ ਸੀਗਾ, ਜੋ ਕਿ ਨੌਨ ਮੁਸਲਿਮ ਹੁੰਦਾ ਸੀਗਾ। ਤਾਂ ਭਾਰਤ ਦੇ ਵਿੱਚ ਜੇਕਰ ਇੱਕ ਗੱਲ ਹੋਰ ਜ਼ਰੂਰ ਯਾਦ ਰੱਖਿਓ ਕਿ ਜਜੀਆ ਟੈਕਸ ਜਿਹੜਾ ਹੈਗਾ ਸੀਗਾ ਭਾਰਤ ਦੇ ਉੱਪਰ ਪਹਿਲਾ ਟੈਕਸ ਲੱਗਿਆ ਸੀ। ਇਹ ਭਾਰਤ ਦੇ ਉੱਪਰ ਕੀ ਹੈ, ਪਹਿਲਾ ਟੈਕਸ ਲੱਗਿਆ ਸੀਗਾ, ਜਿਹਨੂੰ ਕੀ ਕਹਿੰਦੇ ਸੀਗੇ ਜੀ, ਜਿਹੜੇ ਨੂੰ ਕੀ ਕਹਿੰਦੇ ਸੀਗੇ, ਜਜੀਆ ਟੈਕਸ। ਇਹ ਸਿਰਫ ਜਿਹੜਾ ਹੈਗਾ ਨੌਨ ਮੁਸਲਮਾਨਾਂ ਨੂੰ ਨਹੀਂ ਭਰਨਾ ਪੈਂਦਾ ਸੀਗਾ, ਤੇ ਬਾਕੀ ਸਾਰੇ ਲੋਕਾਂ ਨੂੰ ਜਿਹੜਾ ਹੈਗਾ ਇਹ ਟੈਕਸ ਜਿਹੜਾ ਹੈਗਾ ਦੇਣਾ ਪੈਂਦਾ ਸੀਗਾ। ਤਾਂ ਇਸ ਚੀਜ਼ ਨੂੰ ਵੀ ਜ਼ਰੂਰ ਯਾਦ ਰੱਖਿਓ, ਆਪਣੇ ਵਾਸਤੇ ਬਹੁਤ ਜ਼ਰੂਰੀ ਬਣਦਾ ਹੈਗਾ। ਡੈਸੀਮਲ ਸਿਸਟਮ, ਠੀਕ ਹੈ ਨਾ। ਡੈਸੀਮਲ ਸਿਸਟਮ ਜਿਹੜਾ ਹੈਗਾ, ਦਸਮਬਲਮ ਪ੍ਰਣਾਲੀ ਜਿਹੜੀ ਹੈਗੀ ਆ, ਉਹ ਸ਼ੁਰੂਆਤ ਕੀਤੀ ਸੀ, ਉਹ ਕਿਹਨਾਂ ਨੇ ਕੀਤੀ ਸੀ, ਉਹ ਵੀ ਅਰਬੀ ਲੋਕਾਂ ਨੇ ਕੀਤੀ ਸੀ, ਠੀਕ ਹੈ ਜੀ। ਇਸ ਚੀਜ਼ ਨੂੰ ਵੀ ਜ਼ਰੂਰ ਯਾਦ ਰੱਖਿਓ। ਇਸ ਜਿਹੜੀ ਹੈਗੀ ਇਸ ਪ੍ਰਣਾਲੀ ਨੂੰ ਜਿਹੜੇ ਹੈਗੇ ਅਰਬੀ ਖਲਾਜ਼ਮ ਅਰਬ ਲੈ ਗਏ ਸੀਗੇ। ਉਸ ਤੋਂ ਬਾਅਦ ਅਰਬ ਦੇ ਵਿੱਚ ਜਿਹੜੀ ਹੈਗੀ ਇਸ ਪ੍ਰਣਾਲੀ ਦਾ ਯੂਜ਼ ਕਰਨ ਲੱਗੇ ਸੀਗੇ। ਤਾਂ ਇਸ ਚੀਜ਼ ਨੂੰ ਵੀ ਆਪਣੇ ਵਾਸਤੇ ਬਹੁਤ ਜ਼ਰੂਰੀ ਬਣਦਾ ਹੈਗਾ, ਤੇ ਇਸ ਚੀਜ਼ ਨੂੰ ਵੀ ਜ਼ਰੂਰ ਯਾਦ ਰੱਖਿਓ। ਇੱਕ ਹੋਰ ਚੀਜ਼ ਲੈ ਕੇ ਆਏ ਸੀਗੇ ਕਿ ਆਰਟ ਆਫ ਮੈਪਿੰਗ, ਠੀਕ ਹੈ, ਮਨਚਿੱਤਰ ਕਲਾ ਦੀ ਜਿਹੜੀ ਹੈਗੀ ਆ ਭਾਰਤ ਦੇ ਵਿੱਚ ਲੋਕਾਂ ਦੇ ਅਰਬ ਦੁਆਰਾ ਹੀ ਸਿੱਖਿਆ ਗਿਆ ਸੀਗਾ। ਤੇ ਇੱਥੇ ਇੱਕ ਨੋਟ ਜ਼ਰੂਰ ਕਰ ਲਿਓ ਕਿ ਆਰਟ ਆਫ ਮੈਪ, ਠੀਕ ਹੈ ਨਾ।
ਮੈਪਿੰਗ ਜਿਹੜੀ ਹੈਗੀ ਆ ਜਾਂ ਆਰਟ ਮਨਚਿੱਤਰ ਕਲਾ ਜਿਹੜੀ ਹੈਗੀ ਆ ਉਹ ਵੀ ਭਾਰਤ ਦੇ ਵਿੱਚ ਜਿਹੜੇ ਹੈਗੇ ਆ ਅਰਬੀ ਲੋਕ ਜਿਹੜੇ ਹੈਗੇ ਆ ਲੈ ਕੇ ਆਏ ਸੀ। ਤਾਂ ਇਹਦੇ ਵਿੱਚ ਕੁਝ ਲਿਟਰੇਚਰ ਜਿਹੜੇ ਉਸ ਸਮੇਂ ਜਿਹੜੇ ਹੈਗੇ ਆ ਸਾਹਿਤ ਜਿਹੜੇ ਹੈਗੇ ਆ ਸੁਣੇ ਜਾਂਦੇ ਸੀਗੇ। ਤਾਂ ਕਿਹੜੇ ਕਿਹੜੇ ਸੀਗੇ? ਤਾਂ ਸਭ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਵੇ ਆਰੀਆ ਭੱਟ ਦਾ ਸੂਰਿਆ ਸਿਧਾਂਤ ਬਹੁਤ ਮਸ਼ਹੂਰ ਹੈ ਜੀ, ਠੀਕ ਹੈ ਜੀ। ਤਾਂ ਆਰੀਆ ਭੱਟ ਦਾ ਜਿਹੜਾ ਹੈਗਾ ਸੂਰਿਆ ਸਿਧਾਂਤ ਜਿਹੜਾ ਹੈਗਾ ਉਹ ਉਸ ਸਮੇਂ ਬੁੱਕ ਜਿਹੜੀ ਹੈਗੀ ਆ ਸਾਹਿਤ ਲਿਖਿਆ ਗਿਆ ਸੀਗਾ। ਚਰਕ ਜਿਹੜਾ ਹੈਗਾ ਸਾਹਿਤ, ਚਰਕ ਜਿਹੜਾ ਸਾਹਿਤ। ਉਸ ਤੋਂ ਬਾਅਦ ਹੈ ਪੰਚਤੰਤਰ, ਠੀਕ ਹੈ ਨਾ, ਪੰਚਤੰਤਰ ਜਿਹੜਾ ਹੈਗਾ ਜੀ ਪੰਚਤੰਤਰ ਸੀਗਾ। ਤਾਂ ਇਸ ਨੂੰ ਵੀ ਜ਼ਰੂਰ ਯਾਦ ਰੱਖਿਓ। ਉਸ ਤੋਂ ਬਾਅਦ ਸੁਸਤਰਾ ਸਾਹਿਤ ਜਿਹੜਾ ਹੈਗਾ ਉਹ ਵੀ ਜਿਹੜਾ ਹੈਗਾ ਇਹ ਸੀਗਾ। ਤਾਂ ਇਹਨਾਂ ਨੂੰ ਟਰਾਂਸਲੇਟ ਕੀਤਾ ਹੋਇਆ ਸੀਗਾ, ਤਾਂ ਟਰਾਂਸਲੇਟ ਕੀਤਾ ਸੀਗਾ ਅਰਬੀ ਭਾਸ਼ਾ ਦੇ ਵਿੱਚ। ਤਾਂ ਇਹਨਾਂ ਨੂੰ ਟਰਾਂਸਲੇਟ ਕੀਤਾ ਸੀਗਾ ਜੀ ਅਰਬੀ ਭਾਸ਼ਾ ਦੇ ਵਿੱਚ ਉਸ ਸਮੇਂ। ਤਾਂ ਇਸ ਚੀਜ਼ ਨੂੰ ਵੀ ਜ਼ਰੂਰ ਯਾਦ ਰੱਖਿਓ। ਉਸ ਸਮੇਂ ਜਿਹੜਾ ਸਾਹਿਤ ਚੱਲਦਾ ਸੀਗਾ ਉਹ ਜਿਹੜਾ ਹੈਗਾ ਆਰੀਆ ਭੱਟ ਦਾ ਸੂਰਿਆ ਸਿਧਾਂਤ, ਚਰਕ ਸਾਹਿਤ, ਸ਼ਾਸਤਰਾ ਸਾਹਿਤ ਜਿਹੜਾ ਹੈਗਾ ਪੰਚਤੰਤਰ, ਇਹ ਜਿਹੜੀਆਂ ਸਾਰੀਆਂ ਕਿਤਾਬਾਂ ਸੀ ਤਾਂ ਉਸ ਸਮੇਂ ਟਰਾਂਸਲੇਟ ਕੀਤੀਆਂ ਗਈਆਂ ਸੀਗੀਆਂ ਕਿਹੜੀ ਭਾਸ਼ਾ ਦੇ ਵਿੱਚ? ਅਰਬੀ ਭਾਸ਼ਾ ਦੇ ਵਿੱਚ। ਤਾਂ ਇਸ ਨੂੰ ਬਹੁਤ ਇੰਪੋਰਟੈਂਟ ਬਣਦਾ ਆਪਣੇ ਵਾਸਤੇ। ਤਾਂ ਇਸ ਚੀਜ਼ ਨੂੰ ਵੀ ਜ਼ਰੂਰ ਯਾਦ ਰੱਖਿਓ। ਤਾਂ ਇੱਥੋਂ ਤੱਕ ਜਿਹੜਾ ਹੈਗਾ ਆਪਣਾ ਸੈਸ਼ਨ ਸੀਗਾ। ਤਾਂ ਸੈਸ਼ਨ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਸਬਸਕ੍ਰਾਈਬ ਕਰੋ ਚੈਨਲ ਨੂੰ। ਤਾਂ ਕੱਲ੍ਹ ਨੂੰ ਜਿਹੜਾ ਹੈਗਾ ਕੱਲ੍ਹ ਤੋਂ ਜਿਹੜਾ ਟਾਈਮਿੰਗ ਰਹੇਗੀ ਉਹ ਜਿਹੜੀ ਹੈਗੀ ਹੈ ਮੈਂ ਤੁਹਾਨੂੰ ਟਾਈਮਿੰਗ ਦੀ ਦੱਸ ਦਿੰਦਾ ਜੀ। ਕੱਲ੍ਹ ਤੋਂ ਜਿਹੜੀ ਟਾਈਮਿੰਗ ਰਹੇਗੀ 10:30 ਵਜੇ ਤੋਂ ਜਿਹੜੀ ਹੈਗੀ ਹੈ ਕਲਾਸ ਸਟਾਰਟ ਹੋਵੇਗੀ ਜੀ, ਠੀਕ ਹੈ ਜੀ, ਹਿਸਟਰੀ ਦੀ। ਤਾਂ 10:30 ਤੋਂ ਲੈ ਕੇ 11:30 ਵਜੇ ਤੱਕ 11:30 ਵਜੇ ਤੱਕ ਜਿਹੜੀ ਹੈਗੀ 1 ਘੰਟੇ ਦੀ ਕਲਾਸ ਚੱਲੇਗੀ। ਤਾਂ ਸਾਰਿਆਂ ਨੇ ਜ਼ਰੂਰ ਸੈਸ਼ਨ ਲਾਈਵ ਸੈਸ਼ਨ ਰਹੇਗਾ। ਤਾਂ ਸਾਰਿਆਂ ਨੇ ਜਿਹੜੇ ਹੈਗੇ ਤੁਹਾਡੇ ਡਾਊਟ ਵੀ ਜਿਹੜੇ ਹੈਗੇ ਆ ਨਾਲ ਦੀ ਨਾਲ ਜਿਹੜੇ ਹੈਗੇ ਕਲੀਅਰ ਕੀਤੇ ਜਾਣਗੇ। ਤਾਂ ਤਿੰਨੇ ਭਾਸ਼ਾਵਾਂ ਦੇ ਵਿੱਚ ਜਿਹੜੀ ਹੈਗੀ ਇਹ ਕਲਾਸ ਰਹੇਗੀ। ਤਾਂ ਨਾਲ ਦੀ ਨਾਲ ਤੁਹਾਨੂੰ ਨੋਟਸ ਵੀ ਪ੍ਰੋਵਾਈਡ ਕਰਵਾਏ ਜਾਣਗੇ। ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਤੇ ਕਰਕੇ ਜ਼ਰੂਰ ਦੱਸਣਾ। ਆਪਣੇ ਸੁਝਾਅ ਜਿਹੜੇ ਹੈਗੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇਣਾ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ। ਓਕੇ ਜੀ, ਥੈਂਕ ਯੂ।